ਤਾਂ ਮੇਰਾ ਰਾਮਗੜ੍ਹ ਝੁੰਗੀਆਂ ਖੇਡਣ ਗਿਆ ਸੀਗਾ। ਸ਼ਹਿਰ ਦੇ ਕਮੇਟੀ ਬਣਾਈ ਹੋਈ ਜਿਹਦਾ ਬੱਚਿਆਂ ਦੀ ਫੁੱਟਬਾਲ ਦੀ ਟੀਮ, ਉਹਦੇ ਨਾਲ ਖੇਡਣ ਗਿਆ ਸੀਗਾ। ਉੱਥੇ ਮੈਚ ਚੱਲਦੇ ਦੇ ਵਿੱਚ ਬੱਚੇ ਦੀ ਬਾਂਹ ਡਿੱਗਣੇ ਕਰਕੇ ਬਾਂਹ ਟੁੱਟ ਗਈ ਔਰ ਉੱਤੇ ਦੀ ਮੈਂਬਰਾਂ ਜਿਹੜੇ ਸੀ ਸਾਰੇ ਉਹ ਬੱਚੇ ਨੂੰ ਡਾਕਟਰ ਦੇ ਕੋਲ ਲਿਆ, ਜਿਹੜਾ ਇਹ ਪ੍ਰਾਈਵੇਟ ਕਲੀਨਿਕ ਬਣਾਇਆ ਰਨ ਕਰ ਰਿਹਾ ਆ। ਉੱਥੇ ਲੈ ਕੇ ਆਂਦਾ, ਇਹ ਬਿਨਾਂ ਐਕਸਰੇ ਕੀਤੇ ਹੀ ਬੱਚੇ ਦੇ ਪਲਸਤਰ ਲਾ ਦਿੱਤਾ। ਜਾਂ 2 ਦਿਨ ਬਾਅਦ ਫਿਰ ਦਿਖਾਲਣ ਵੀ ਗਏ ਤਾਂ ਵੀ ਉਹਨੇ ਇਹੀ ਕਿਹਾ ਬੱਚੇ ਨੂੰ ਐਡਮਿਟ ਕਰਾ ਦਿਓ, ਬੱਚੇ ਦੀ ਸਰਜਰੀ ਹੋਣੀ ਆ। ਕਿਹੜੇ ਡਾਕਟਰ ਸਾਹਿਬ ਸੀ? ਡਾਕਟਰ ਜੋਗਿੰਦਰ ਸਿੰਘ। ਪਰ ਜਦੋਂ ਫਿਰ ਦੂਸਰੀ ਵਾਰ ਆਏ ਸੀ ਇਹਨੂੰ ਸੋਮਵਾਰ ਨੂੰ ਲੈ ਕੇ ਗਏ ਆ ਸਿਵਲ ਹਸਪੀਟਲ ਦੇ ਵਿੱਚ, ਪਰ ਉੱਥੇ ਮਤਲਬ ਬੱਚੇ ਨੂੰ ਇਹ ਕਿਹਾ ਕਿ ਬੱਚੇ ਨੂੰ ਸਰਜਰੀ ਹੋਣੀ ਆ, ਬੱਚੇ ਨੂੰ ਐਡਮਿਟ ਕਰਵਾ ਦਿਓ। ਪਰ ਅਸੀਂ ਆਪਣੀ ਜ਼ਿੰਮੇਵਾਰੀ ਤੇ ਫਿਰ ਵੀ ਮੈਂ ਇਹਨੂੰ ਉੱਥੇ ਐਡਮਿਟ ਨਹੀਂ ਕਰਵਾਇਆ, ਇਹਨੂੰ ਨਵੇਂ ਸ਼ਹਿਰ ਬਲਵੀਰ ਹੱਡੀਆਂ ਵਾਲੇ ਦੇ ਲੈ ਕੇ ਗਈ। ਉੱਥੇ ਜਦ ਕਿ ਉਹਨੂੰ ਦੱਸਿਆ ਕਿ ਬੱਚਾ ਬਹੁਤ ਜ਼ਿਆਦਾ ਹੀ ਗੰਭੀਰ ਆ। ਉਹਨਾਂ ਦੇ ਘਰਦਿਆਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿ ਬੱਚੇ ਨੂੰ ਦਿਖਾਉਣ ਨਹੀਂ ਆਏ ਦੁਬਾਰਾ। 4 ਸਰਜਰੀਆਂ ਮਤਲਬ ਉੱਥੇ ਡੀਐਮਸੀ ਹੋਈਆਂ ਬੱਚੇ ਦੀਆਂ, ਨਹੀਂ ਬਾਂਹ ਬਚੀ। ਫਿਰ ਵੀ ਉਹਨਾਂ ਨੇ ਮਤਲਬ ਤੀਸਰੀ ਸਰਜਰੀ ਨੂੰ ਬਾਂਹ ਕੱਟ ਦਿੱਤੀ। ਤੇ ਉਸ ਤੋਂ ਬਾਅਦ ਜਦੋਂ ਹਾਲਤ ਤੁਸੀਂ ਖਰਾਬ ਦੇਖਦੇ ਹੋ ਬੱਚੇ ਦੀ ਕਿ ਬਾਂਹ ਦੀ ਹਾਲਤ ਕਾਫੀ ਖਰਾਬ ਆ, ਤੁਸੀਂ ਨੇ ਡਾਕਟਰ ਦੇ ਨਾਲ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਪਲਾਸਟਰ ਆ ਉਹ ਗਲਤ ਲਗਾ ਦਿੱਤਾ ਜਾਂ ਜੋ? ਉਹ ਕਹਿੰਦਾ ਕਿ ਮੈਂ ਕਿਹੜਾ ਮਤਲਬ ਕੀਤਾ। ਜਦੋਂ ਹੁਣ ਦੂਸਰੀ ਵਾਰ ਵੀ ਗੱਲ ਕੀਤੀ, ਕਹਿੰਦਾ ਮੈਂ ਸੋਚਿਆ ਸੀ ਤੁਹਾਡੇ ਪੈਸੇ ਬਚ ਜਾਓਗੇ, ਮੈਂ ਇਸ ਕਰਕੇ ਕਹਿੰਦਾ ਬਿਨਾਂ ਐਕਸਰੇ ਤੋਂ ਹੀ ਕਰ ਦਿੱਤਾ। ਉਹਨੂੰ ਪੁੱਛੇ ਪੈਸੇ ਬਚਾਉਣ ਦਾ ਕੀ ਮਤਲਬ ਹੈ, ਬੱਚੇ ਦੀ ਤੁਸੀਂ ਸਾਡੇ ਦੀ ਲਾਈਫ ਖਰਾਬ ਕਰ ਦਿੱਤੀ। ਕਹਿੰਦੇ ਕਿ ਪਰਿਵਾਰ ਕਹਿੰਦਾ ਕਿ ਜਦੋਂ ਡਾਕਟਰ ਸਾਹਿਬ ਵੱਲੋਂ ਜਿਹੜਾ ਪਲਸਤਰ ਲਗਾਇਆ ਗਿਆ ਉਹ ਪਹਿਲੀ ਗੱਲ ਤਾਂ ਕਿ ਬਿਨਾਂ ਕੋਈ ਐਕਸਰਾ ਕੀਤੇ, ਮੇਰਾ ਸਵਾਲ ਪਲੀਜ਼, ਕਿ ਬਿਨਾਂ ਕੋਈ ਐਕਸਰਾ ਕੀਤੇ ਜਿਹੜਾ ਡਾਕਟਰ ਸਾਹਿਬ ਵੱਲੋਂ ਲਗਾ ਦਿੱਤਾ ਗਿਆ, ਤੇ ਉਸ ਤੋਂ ਬਾਅਦ ਜਦੋਂ ਐਕਸਰੇ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਹਾਡੇ ਕੁਝ ਜਿਹੜੇ ਨੇ ਪੈਸੇ ਬਚ ਜਾਣਗੇ, ਮੈਂ ਤਾਂ ਕਰਕੇ ਐਕਸਰਾ ਨਹੀਂ ਕੀਤਾ, ਸਿੱਧਾ ਪਲਸਤਰ ਜਿਹੜਾ ਲਗਾਤਾ। ਪਰਿਵਾਰ ਦੇ ਇਲਜ਼ਾਮ। ਮੈਂ ਤਾਂ ਆਪਣੇ ਵੱਲੋਂ ਉਹਨਾਂ ਦਾ ਚੰਗਾ ਕੀਤਾ। ਉੱਥੇ ਕਮੇਟੀ ਬਣਾਈ ਹੋਈ ਸੀ, ਉਹ ਵੀ ਸਾਰੇ ਉਹਦੇ ਨਾਲ ਹੀ ਰਲਿਓ ਮਿਲਿਓ ਸੀਗੇ। ਹਾਂਜੀ ਜੀ, ਐਸਐਮਓ ਜੋ ਦੂਸਰੀਆਂ 2 ਨਾਲ ਨਰਸਾਂ ਸੀਗੀਆਂ, ਜੋ ਕਮੇਟੀ ਮੈਂਬਰ ਸੀ, ਸਾਰੇ ਡਾਕਟਰ ਵੱਲ ਦੀ ਹੀ ਗੱਲ ਕਰਦੇ ਸੀਗੇ। ਜਦ ਕਿ ਮੈਂ ਉੱਥੇ ਲਿਖਤੀ ਬਿਆਨ ਵੀ ਦੇ ਕੇ ਆਈ ਸੀ ਕਿ ਨਹੀਂ ਬੱਚੇ ਦੀ ਇਹਦੀ ਡਾਕਟਰ ਦੀ ਕਾਰਵਾਈ ਹੋਣੀ ਚਾਹੀਦੀ। ਬੱਚਾ ਮੇਰਾ ਤਾਂ ਸਾਰੀ ਉਮਰ ਲਈ ਰੱਦੀ ਕਰ ਦਿੱਤਾ ਹੈ ਨਾ। ਮੈਂ ਤਾਂ ਖੁਦ ਆਪ ਹੈਂਡੀਕੈਪਟ ਆ, ਬੱਚਾ ਵੀ ਮੇਰਾ ਉੱਦਾਂ ਹੀ ਕਰ ਦਿੱਤਾ ਇਹਨਾਂ ਨੇ। ਤੁਸੀਂ ਮੇਰੇ ਕੋਲ ਆਓ, ਤੁਹਾਡੇ ਸੱਟ ਲੱਗ ਜਾਵੇ, ਮੈਂ ਤੁਹਾਨੂੰ ਪਲਾਸਟਰ ਲਗਾ ਦੇਵਾਂ। ਨਾ ਸਪੋਜ਼ ਕਰੋ ਮੈਂ ਤੁਹਾਡੀ ਕਿੱਦਾਂ ਜ਼ਿੰਦਗੀ ਖਰਾਬ ਕਰਤੀ। ਵੀਡੀਓ ਅਸੀਂ ਬਣਵਾਈ, ਵੀਡੀਓ ਮਤਲਬ ਐਮਸੀ ਸਾਹਿਬ ਖੁਦ ਮੈਨੂੰ ਕਹਿੰਦੇ ਆ ਵੀ ਡਾਕਟਰ ਤਾਂ 2-3 ਲੱਖ ਕਹਿੰਦਾ ਆ, ਮੈਂ ਤੈਨੂੰ ਆਪਣੇ ਵੱਲੋਂ ਕਹਿਣਾ 5 ਲੱਖ ਲੈ ਲਾ। ਅੱਛਾ। ਹਾਂਜੀ, ਜੇ ਤੇ ਨਹੀਂ ਲੈਣਾ ਬਾਕੀ ਤੇਰਾ ਜੋ ਦਿਲ ਕਰਦਾ ਜਿੱਦਾਂ ਮਨ ਕਰਦਾ ਉਹ ਕਰ। ਉਹ ਕਹਿੰਦਾ ਸੀ ਕਿ 3-4 ਲੱਖ ਰੁਪਏ ਦੇ ਮੈਂ ਤੁਹਾਨੂੰ ਕਹਿਣਾ 5 ਲੱਖ ਰੁਪਏ ਰੱਖਾਂ। ਨਹੀਂ ਤੁਸੀਂ ਮਤਲਬ 3 ਲੱਖ ਰੁਪਈਆ ਦੇਣ ਦੀ ਗੱਲ ਕਿਸੇ ਕੋਲ ਵੀ ਐਮਸੀ ਸਾਹਿਬ ਕੋਲ ਜਾਂ ਪਰਿਵਾਰ ਕੋਲ ਕਹੀ ਗਈ? ਇਹ ਨਹੀਂ ਗੱਲ ਹੋਈ। ਉੱਦਾਂ ਇੱਦਾਂ ਸੀਗਾ ਵੀ ਆਪਾਂ ਚਲੋ ਹੁਣ ਬੱਚੇ ਦਾ ਜਿਸ ਤਰ੍ਹਾਂ ਜ਼ਿੰਦਗੀ ਦਾ ਨੁਕਸਾਨ ਹੋ ਗਿਆ ਡਾਕਟਰ ਸਾਹਿਬ, ਵੀ ਤੁਸੀਂ ਵੀ ਕੁਛ ਇਹਦੇ ਬੱਚੇ ਦੀ ਗਾਂਹ ਮਦਦ ਕਰੋ, ਇਹਦੀ ਪੜ੍ਹਾਈ ਲਿਖਾਈ ਦੀ ਲਈ ਕਿਸੇ ਤਰੀਕੇ ਨਾਲ। ਮੈਂ ਉਹ ਗੱਲ ਉਹਨਾਂ ਨਾਲ ਜ਼ਰੂਰ ਕੀਤੀ ਆ ਵੀ ਹਾਂ ਵੀ ਚਲੋ ਆਪ ਐਜ ਇਨਸਾਨੀ ਤੌਰ ਦੇ ਨਾਤੇ ਵੀ ਆਪਾਂ ਇਹਦਾ ਕੁਛ ਨਾ ਕੁਛ ਬੱਚੇ ਦਾ ਹੈਲਪ ਕਰੀਏ। ਮੈਨੂੰ ਕਹਿੰਦੇ ਜੇ ਤੂੰ ਕੇਸ ਕਰੂੰਗੀ ਕੁਛ ਵੀ ਕਰੂੰਗੀ ਤੈਨੂੰ ਤਰੀਕ ਤੇ ਸਮਾਂ ਕੈਸਾ। ਮੈਨੂੰ ਇਹ ਗੱਲ ਕਹੀ ਮੈਨੂੰ, ਕਹਿੰਦਾ ਬੇਟਾ ਜੇ ਤੂੰ ਕੇਸ ਵੀ ਕਰੂੰਗੀ ਤੈਨੂੰ ਜ਼ਿਆਦਾ ਜਾਣਾ ਪਿਆ ਕਰਨਾ ਤਰੀਕ ਤੇ। ਡਾਕਟਰ ਤਾਂ ਬੇਸ਼ੱਕ ਨਾ ਜਾਵੇ ਜਿੱਦਾਂ ਅਗਲੇ ਨੂੰ ਡਰਾ ਰਹੇ ਆ ਮੋਰਿਓ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਇਸ ਦੁਨੀਆ ਦੇ ਵਿੱਚ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ। ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਜਾਨ 'ਤੇ ਬਣ ਆਵੇ ਤਾਂ ਡਾਕਟਰ ਜਿਹੜੇ ਨੇ ਰੱਬ ਬਣ ਕੇ ਜ਼ਿੰਦਗੀ ਦੇ ਵਿੱਚ ਬੌੜਦੇ ਨੇ ਤੇ ਤਕਰੀਬਨ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਉਸ ਇਨਸਾਨ ਨੂੰ, ਉਸ ਆਪਣੇ ਮਰੀਜ਼ ਨੂੰ, ਆਪਣੇ ਪੇਸ਼ੈਂਟ ਨੂੰ ਨਵੀਂ ਜ਼ਿੰਦਗੀ ਜਿਹੜੀ ਆ ਦੇਣ ਦੇ ਵਿੱਚ ਕਾਮਯਾਬ ਹੋ ਪਾਉਂਦੇ ਨੇ। ਕਈ ਵਾਰ ਇਸ ਤਰ੍ਹਾਂ ਦੇ ਕੇਸਿਸ ਦੇਖਣ ਨੂੰ ਮਿਲੇ ਨੇ ਕਿ ਬਿਲਕੁਲ ਮੌਤ ਦੇ ਮੂੰਹ ਵਿੱਚ ਜਾ ਚੁੱਕਿਆ ਇੱਕ ਮਰੀਜ਼ ਜਿਹੜਾ ਡਾਕਟਰ ਦੀ ਸਮਝਦਾਰੀ ਦੇ ਨਾਲ, ਡਾਕਟਰ ਦੀ ਚੰਗੀ ਨੀਅਤ ਦੇ ਨਾਲ ਵਾਪਸ ਆਪਣੀ ਸਫਲ ਜ਼ਿੰਦਗੀ ਜਿਉਣ ਦੇ ਵਿੱਚ ਵਾਪਸ ਸ਼ੁਰੂ ਕਰ ਦਿੰਦਾ। ਪਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਵੱਲੋਂ, ਮਾਂ ਪੁੱਤਰ ਦੇ ਵੱਲੋਂ ਡਾਕਟਰ 'ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਹਾਦਸੇ ਦੇ ਵਿੱਚ ਖੇਡਦੇ ਸਮੇਂ ਬੱਚੇ ਦੀ ਬਾਂਹ ਟੁੱਟ ਜਾਂਦੀ ਜਿਸ ਦੀ ਉਮਰ ਸਿਰਫ 15-16 ਸਾਲ ਆ, ਤੇ ਬਾਂਹ ਟੁੱਟਣ ਤੋਂ ਬਾਅਦ ਡਾਕਟਰ ਦੀ ਅਣਗਹਿਲੀ ਦੇ ਨਾਲ ਉਸ ਦੀ ਜ਼ਿੰਦਗੀ ਜਿਹੜੀ ਆ ਨਰਕ ਬਣ ਜਾਂਦੀ। ਉਹ ਆਪਣੀ ਜ਼ਿੰਦਗੀ ਦੁੱਖ ਦੇ ਵਿੱਚ ਕੱਟਣ ਦੇ ਲਈ ਮਜਬੂਰ ਆ। ਗੱਲਬਾਤ ਉਹ ਮਾਂ ਪੁੱਤ ਸਾਡੇ ਨਾਲ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਕਿ ਆਖਰ ਮਾਮਲਾ ਸਾਰਾ ਕੀ ਆ, ਕੀ ਗੱਲਬਾਤ ਹੁੰਦੀ,
ਕਹੀ ਜੀ ਅਣਗਹਿਲੀ ਜਿਹੜੀ ਇੱਕ ਡਾਕਟਰ ਦੇ ਵੱਲੋਂ ਕੀਤੀ ਜਾਂਦੀ, ਸਾਰਾ ਮਾਮਲਾ ਜਾਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਸੁਨੀਤਾ ਰਾਣੀ। ਅੱਛਾ, ਕੀ ਮੁੱਦਾ ਹੋਇਆ ਇਹ ਜਿਹੜਾ ਹਾਦਸਾ, ਕੀ ਗੱਲ ਹੈਗੀ ਸਾਰੀ ਜਿਹੜੀ ਤੁਸੀਂ ਐਡੇ ਇਲਜ਼ਾਮ ਜਿਹੜੇ ਨੇ ਡਾਕਟਰ ਤੇ ਲਗਾ? ਹਾਂਜੀ ਜੀ, ਬੱਚਾ ਜਿਹਦਾ ਮੇਰਾ ਰਾਮਗੜ੍ਹ ਚੁੰਗੀਆਂ ਖੇਡਣ ਗਿਆ ਸੀਗਾ, ਸ਼ਹਿਰ ਦੇ ਕਮੇਟੀ ਬਣਾਈ ਹੋ ਜਿਹਦਾ ਬੱਚਿਆਂ ਦੀ ਫੁੱਟਬਾਲ ਦੀ ਟੀਮ, ਉਹਦੇ ਨਾਲ ਖੇਡਣ ਗਿਆ ਸੀਗਾ। ਉੱਥੇ ਮੈਚ ਚੱਲਦੇ ਦੇ ਵਿੱਚ ਬੱਚੇ ਦੀ ਬਾਂਹ ਡਿੱਗਣੇ ਕਰਕੇ ਬਾਂਹ ਟੁੱਟ ਗਈ ਔਰ ਉੱਤੇ ਦੀ ਮੈਂਬਰਾਂ ਜਿਹੜੇ ਸੀ ਸਾਰੇ ਉਹ ਬੱਚੇ ਨੂੰ ਡਾਕਟਰ ਦੇ ਕੋਲ ਲਿਆ, ਜਿਹੜਾ ਇਹ ਪ੍ਰਾਈਵੇਟ ਕਲੀਨਿਕ ਬਣਾਇਆ ਆ, ਰਨ ਕਰ ਰਿਹਾ ਆ। ਉੱਥੇ ਲੈ ਕੇ ਆਂਦਾ, ਇਹ ਬਿਨਾਂ ਐਕਸਰੇ ਕੀਤੇ ਹੀ ਬੱਚੇ ਦੇ ਪਲਸਤਰ ਲਾਤਾ। ਬੱਚੇ ਦੀ ਜਾਂਚ ਨਹੀਂ ਕੀਤੀ, ਪਲਸਤਰ ਨਹੀਂ ਕੀਤਾ, ਐਕਸਰਾ ਨਹੀਂ ਲਿਆ ਬੱਚੇ ਦਾ ਮਾੜਾ ਵੀ। ਉਹ ਪਲਸਤਰ ਲਗਾ ਦਿੱਤਾ। ਪਲਸਤਰ ਲਗਾਉਣ ਤੋਂ ਬਾਅਦ ਕਿਹਾ 2 ਦਿਨ ਬਾਅਦ ਦਿਖਾਇਓ। ਜਾਂ 2 ਦਿਨ ਬਾਅਦ ਫਿਰ ਦਿਖਾਲਣ ਵੀ ਗਏ ਤਾਂ ਵੀ ਉਹਨੇ ਇਹੀ ਕਿਹਾ ਬੱਚੇ ਨੂੰ ਐਡਮਿਟ ਕਰਾ ਦਿਓ, ਬੱਚੇ ਦੀ ਸਰਜਰੀ ਹੋਣੀ ਆ। ਕਿਹੜੇ ਡਾਕਟਰ ਸਾਹਿਬ ਸੀ? ਡਾਕਟਰ ਜੋਗਿੰਦਰ ਸਿੰਘ। ਜੋਗਿੰਦਰ? ਹਾਂਜੀ, ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰੀ ਡਾਕਟਰ ਆ ਡਾਕਟਰ ਜੋਗਿੰਦਰ ਸਿੰਘ। ਨਹੀਂ, ਸਰਕਾਰੀ ਡਾਕਟਰ ਤੁਸੀਂ ਕਹਿ ਰਹੇ ਹੋ, ਨਾਲੇ ਕਹਿ ਰਹੇ ਹੋ ਕਿ ਪ੍ਰਾਈਵੇਟ ਕਲੀਨਿਕ ਦੇ ਵਿੱਚ ਲੈ ਕੇ ਗਏ ਕਿਸੇ ਡਾਕਟਰ ਦੇ? ਹਾਂਜੀ, ਇਹ ਜਿਹਦਾ ਹੈ ਸਰਕਾਰੀ ਡਾਕਟਰ ਆ, ਪਰ ਇੱਕ ਆਪਣਾ ਕਲੀਨਿਕ ਇਹਨ ਬਣਾਇਆ ਗੁਰੂ ਨਾਨਕ ਦੇਵ ਮਤਲਬ ਖੋਲਿਆ ਆ ਉਹਨਾਂ, ਉੱਥੇ ਉਹ ਮਤਲਬ ਕਿ ਰਨ ਕਰਦਾ ਜਿਹੜਾ ਪ੍ਰਾਈਵੇਟ ਵੀ ਬੱਚੇ ਨੂੰ। ਹਾਂਜੀ, ਨਾਲ ਦੀ ਨਾਲ ਟਰੀਟ ਕਰਦਾ ਹੈ ਪੇਸ਼ੈਂਟ ਨੂੰ, ਉੱਥੇ ਵੀ ਐਂਡ ਸਾਰਾ ਕੁਝ ਕਰ ਰਿਹਾ ਆ। ਪਰ ਜਦੋਂ ਫਿਰ ਦੂਸਰੀ ਵਾਰ ਅਸੀਂ ਇਹਨੂੰ ਸੋਮਵਾਰ ਨੂੰ ਲੈ ਕੇ ਗਏ ਆ ਸਿਵਲ ਹਸਪੀਟਲ ਦੇ ਵਿੱਚ, ਪਰ ਉੱਥੇ ਮਤਲਬ ਬੱਚੇ ਨੂੰ ਇਹ ਕਿਹਾ ਕਿ ਬੱਚੇ ਨੂੰ ਸਰਜਰੀ ਹੋਣੀ ਆ, ਬੱਚੇ ਨੂੰ ਐਡਮਿਟ ਕਰਵਾ ਦਿਓ। ਪਰ ਅਸੀਂ ਆਪਣੀ ਜ਼ਿੰਮੇਵਾਰੀ ਤੇ ਫਿਰ ਵੀ ਮੈਂ ਇਹਨੂੰ ਉੱਥੇ ਐਡਮਿਟ ਨਹੀਂ ਕਰਵਾਇਆ, ਇਹਨੂੰ ਨਵੇਂ ਸ਼ਹਿਰ ਬਲਵੀਰ ਹੱਡੀਆਂ ਵਾਲੇ ਦੇ ਲੈ ਕੇ ਗਈ। ਉੱਥੇ ਜਦ ਕਿ ਉਹਨੂੰ ਦੱਸਿਆ ਕਿ ਬੱਚਾ ਬਹੁਤ ਜ਼ਿਆਦਾ ਹੀ ਗੰਭੀਰ ਆ। ਹਾਂਜੀ, ਬੱਚੇ ਨੂੰ ਹੁਣ ਗੱਲ ਨਹੀਂ ਕੀਤੀ, ਬੱਚੇ ਦਾ ਫਟਾਫਟ ਪਲਸਤਰ ਕਟਵਾਇਆ ਔਰ ਪਲਸਤਰ ਕੱਟਣ ਨੂੰ ਵੀ ਘੰਟਾ ਤੋਂ ਉੱਪਰ ਟਾਈਮ ਲੱਗਾ। ਕਿਹੜੇ ਡਾਕਟਰ ਸਾਹਿਬ ਦੇ ਕੋਲ ਲੈ ਕੇ ਗਏ ਤੁਸੀਂ? ਡਾਕਟਰ ਬਲਵੀਰ ਹੱਡੀਆਂ ਵਾਲੇ, ਨਵਾਂ ਸ਼ਹਿਰ। ਉੱਥੇ ਲੈ ਕੇ ਉਹਨਾਂ ਨੇ ਪਲਸਤਰ ਕਟਵਾਇਆ ਬੱਚੇ ਦਾ। ਪਲਸਤਰ ਕੱਟਣ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਹੀ ਸੀਰੀਅਸ ਹੈ। ਉਹਨਾਂ ਨੇ MRI ਕਰਵਾਉਣੇ ਨੂੰ ਦਿੱਤੀ। ਅਸੀਂ ਉਹ ਫਿਰ ਰਾਜਾ ਹਸਪੀਟਲ ਦੇ ਵਿੱਚ MRI ਕਰਵਾਈ ਬੱਚੇ ਦੀ, ਨਵਾਂ ਸ਼ਹਿਰ। ਹਾਂਜੀ, ਉੱਥੇ ਕਰਵਾ ਕੇ ਫਿਰ ਉਹਨਾਂ ਨੂੰ ਦਿਖਾਈ ਤਾਂ ਉਹ ਕਹਿੰਦੇ ਜੇ ਬੱਚਾ ਤੁਸੀਂ ਸਹੀ ਸਲਾਮਤ ਚਾਹੁੰਦੇ ਤਾਂ ਉਹਨਾਂ ਨੇ ਉਸੇ ਵੇਲੇ DMC ਲਈ ਰੈਫਰ ਕਰ ਦਿੱਤਾ ਬੱਚੇ ਨੂੰ, ਕਿ ਬੱਚੇ ਨੂੰ ਜੇ ਬੇਟਾ ਤੂੰ ਸਹੀ ਸਲਾਮਤ ਚਾਹੁੰਦੀ ਹੈ ਤਾਂ ਬੱਚੇ ਨੂੰ DMC ਲੈ ਜਾ। ਉਸੇ ਵੇਲੇ ਮੈਂ ਇਕੱਲੀ ਇੱਕ ਆਪਣੇ ਬੱਚੇ ਨੂੰ ਲੁਧਿਆਣੇ DMC ਲੈ ਗਈ। ਉੱਥੇ ਜਦ ਅਸੀਂ ਲੈ ਕੇ ਗਏ, ਉਹਨਾਂ ਨੇ ਬੱਚੇ ਦਾ ਅੰਦਰ ਵੜਦੇ ਹੀ ਦੇਖਿਆ ਕੀਤਾ ਕਿ ਬੱਚੇ ਦੀ ਤਾਂ ਹਾਲਤ ਬਾਂਹ ਦੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਕੇ ਖਰਾਬ ਆ, ਕਿ ਮਤਲਬ ਅਸੀਂ ਕਹਿ ਨਹੀਂ ਸਕਦੇ ਕਿ ਬੱਚੇ ਦੀ ਬਾਂਹ ਬਚੇਗੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮਤਲਬ ਜੋ ਵੀ ਹੁੰਦਾ ਆ। ਉਸੇ ਵੇਲੇ ਬੱਚੇ ਦੀ ਆਪਰੇਸ਼ਨ ਥੀਏਟਰ ਦੇ ਵਿੱਚ ਸਰਜਰੀ ਦੇ ਲੈ ਕੇ ਗਏ DMC ਵਾਲੇ ਜੀ। ਤੇ ਉਸ ਤੋਂ ਬਾਅਦ ਉਹਨਾਂ ਦੀ 4 ਸਰਜਰੀਆਂ ਮਤਲਬ ਉੱਥੇ DMC ਹੋਈਆਂ ਬੱਚੇ ਦੀਆਂ, ਨਹੀਂ ਬਾਂਹ ਬਚੀ। ਫਿਰ ਵੀ ਉਹਨਾਂ ਨੇ ਮਤਲਬ ਤੀਸਰੀ ਸਰਜਰੀ ਨੂੰ ਬਾਂਹ ਕੱਟ ਦਿੱਤੀ। ਤੇ ਕਦੋਂ ਹੋਇਆ ਇਹ ਹਾਦਸਾ? ਕਿਉਂਕਿ ਬਹੁਤ ਛੋਟੀ ਉਮਰ ਆ, ਤਕਰੀਬਨ 16-17 ਸਾਲ ਦੀ ਏਜ ਆ। ਤੇ ਕਦੋਂ ਹੋਇਆ ਇਹ ਹਾਦਸਾ, ਕਿਹੜੇ ਮਹੀਨੇ ਦੇ ਵਿੱਚ? ਇਹ ਹੋਇਆ ਸੀਗਾ ਮਾਰਚ 'ਚ, 25 ਮਾਰਚ ਨੂੰ ਹੋਇਆ ਸੀਗਾ। 25 ਮਾਰਚ? ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਹਾਲਤ ਤੁਸੀਂ ਖਰਾਬ ਦੇਖਦੇ ਹੋ ਬੱਚੇ ਦੀ, ਕਿ ਬਾਂਹ ਦੀ ਹਾਲਤ ਕਾਫੀ ਖਰਾਬ ਆ, ਤੁਸੀਂ ਨੇ ਡਾਕਟਰ ਦੇ ਨਾਲ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਪਲਾਸਟਰ ਆ ਉਹ ਗਲਤ ਲਗਾ ਦਿੱਤਾ ਜਾਂ ਜੋ ਵੀ ਲਗਾ ਦਿੱਤਾ, ਗੱਲ ਨਹੀਂ ਕੀਤੀ ਉਸ? ਹਾਂਜੀ, ਡਾਕਟਰ ਨਾਲ ਬਹੁਤ ਵਾਰੀ ਗੱਲ ਹੋਈ ਆ, ਉਹਨੂੰ ਦੱਸਿਆ ਵੀ ਆ। ਉਹ ਕਹਿੰਦਾ ਕਿ ਮੈਂ ਕਿਹੜਾ ਮਤਲਬ ਕੀਤਾ। ਜਦੋਂ ਹੁਣ ਦੂਸਰੀ ਵਾਰ ਵੀ ਗੱਲ ਕੀਤੀ, ਕਹਿੰਦਾ ਮੈਂ ਸੋਚਿਆ ਸੀ ਤੁਹਾਡੇ ਪੈਸੇ ਬਚ ਜਾਓਗੇ, ਮੈਂ ਇਸ ਕਰਕੇ ਕਹਿੰਦਾ ਬਿਨਾਂ ਐਕਸਰੇ ਤੋਂ ਹੀ ਕਰ ਦਿੱਤਾ। ਉਹਨੂੰ ਪੁੱਛੇ ਪੈਸੇ ਬਚਾਉਣ ਦਾ ਕੀ ਮਤਲਬ ਹੈ, ਬੱਚੇ ਦੀ ਤੁਸੀਂ ਸਾਡੇ ਦੀ ਲਾਈਫ ਖਰਾਬ ਕਰ ਦਿੱਤੀ। ਅੱਛਾ, ਡਾਕਟਰ ਵੱਲੋਂ ਇਹ ਗੱਲ ਕਹੀ ਗਈ ਕਿ ਤੁਹਾਡੇ ਪੈਸੇ ਬਚਾਉਣ ਕਰਕੇ? ਹਾਂਜੀ, ਕਹਿੰਦਾ ਮੈਂ ਸੋਚਿਆ ਤੁਹਾਡੇ ਪੈਸੇ ਨਹੀਂ ਜ਼ਿਆਦਾ ਲੱਗੂਗੇ, ਮੈਂ ਇਸ ਕਰਕੇ ਨਹੀਂ, ਕਹਿੰਦਾ ਸੋਚੇ ਘੱਟ ਪੈਸਿਆਂ 'ਚ ਤੁਹਾਡਾ ਸਰਜ ਹੋਊਗਾ। ਨਹੀਂ, ਤੁਸੀਂ ਉਹਨਾਂ ਨੂੰ ਫਿਰ ਇਹ ਸਵਾਲ ਨਹੀਂ ਕੀਤਾ ਕਿ ਬੱਚੇ ਦੀ ਜ਼ਿੰਦਗੀ ਤੋਂ ਵੱਧ ਕੋਈ ਜਿਹੜਾ ਪੈਸਾ ਨਹੀਂ ਹੁੰਦਾ ਇੱਕ ਮਾਂ-ਬਾਪ ਦੇ ਲਈ? ਪਰ ਅੱਜ ਤਾਂ ਇਹ ਜਿਹੜਾ ਇੱਕ ਅਪਾਹਜ ਦੀ ਤਰ੍ਹਾਂ ਇੱਕ ਨੌਜਵਾਨ ਜਿਹੜਾ ਫੁੱਟਬਾਲ ਦਾ ਸ਼ੌਂਕ ਰੱਖਦਾ ਸੀ, ਉਹ ਅੱਜ ਅਪਾਹਜ ਦੀ ਤਰ੍ਹਾਂ ਜ਼ਿੰਦਗੀ। ਸਹੀ ਗੱਲ ਹੈ ਜੀ, ਪਰ ਜਿਹੜੇ ਉੱਥੇ ਕਮੇਟੀ ਬਣਾਈ ਹੋਈ ਸੀ ਉਹ ਵੀ ਸਾਰੇ ਉਹਦੇ ਨਾਲ ਹੀ ਰਲਿਓ ਮਿਲਿਓ ਸੀਗੇ। SMO, ਹਾਂਜੀ ਜੀ, SMO ਜੋ ਦੂਸਰੀਆਂ 2 ਨਾਲ ਨਰਸਾਂ ਸੀਗੀਆਂ, ਜੋ ਕਮੇਟੀ ਮੈਂਬਰ ਸੀ, ਸਾਰੇ ਡਾਕਟਰ ਵੱਲ ਦੀ ਹੀ ਗੱਲ ਕਰਦੇ ਸੀਗੇ। ਜਦ ਕਿ ਮੈਂ ਉੱਥੇ ਲਿਖਤੀ ਬਿਆਨ ਵੀ ਦੇ ਕੇ ਆਈ ਸੀ ਕਿ ਨਹੀਂ, ਬੱਚੇ ਦੀ ਇਹਦੀ ਡਾਕਟਰ ਦੀ ਕਾਰਵਾਈ ਹੋਣੀ ਚਾਹੀਦੀ। ਬੱਚਾ ਮੇਰਾ ਤਾਂ ਸਾਰੀ ਉਮਰ ਲਈ ਰੱਦੀ ਕਰ ਦਿੱਤਾ ਹੈ ਨਾ, ਮੈਂ ਤਾਂ ਖੁਦ ਆਪ ਹੈਂਡੀਕੈਪਟ ਆ, ਬੱਚਾ ਵੀ ਮੇਰਾ ਉੱਦਾਂ ਹੀ ਕਰ ਦਿੱਤਾ ਇਹਨਾਂ ਨੇ। ਪਰ ਨਹੀਂ, ਉਹਨਾਂ ਨੇ ਇਹ ਨਹੀਂ ਸੁਣੀ, ਬਸ ਡਾਕਟਰ ਵੱਲੋਂ ਹੀ ਬੋਲੀ ਜਾਂਦੇ ਸੀ। ਉਹ ਮੋਰੇ ਮੈਨੂੰ ਕਹਿੰਦਾ ਮੈਂ ਸੋਚਿਆ ਤੁਹਾਡੇ ਪੈਸੇ ਨਾ ਜ਼ਿਆਦਾ ਲੱਗੂਗੇ। ਪੈਸੇ ਕੀ, ਬੱਚੇ ਦੇ ਨਾਲੋਂ ਸਾਨੂੰ ਪੈਸੇ ਥੋੜੀ ਜ਼ਿਆਦਾ ਪਿਆਰੇ ਸੀਗੇ। ਹੁਣ ਵੀ ਅਸੀਂ 3-4 ਲੱਖ ਲਾ ਕੇ ਆਏ ਹਾਂ ਉੱਥੇ, ਇੱਕ ਆਪਣੇ ਬੱਚੇ ਦੀ ਖਾਤਰ ਲਗਾਉਣਾ ਹੀ ਸੀ ਅਸੀਂ, ਚਾਹੇ ਅਸੀਂ ਚੱਕ ਕੇ ਲਾਣੇ, ਜਿੱਦਾਂ ਵੀ ਸਾਨੂੰ ਤਾਂ ਆਪਣੇ ਬੱਚੇ ਦੀ ਜ਼ਿੰਦਗੀ ਪਿਆਰੀ ਆ ਨਾ। ਤੁਸੀਂ ਹੋਰ ਅਧਿਕਾਰੀਆਂ ਦੇ ਨਾਲ, ਉਸ ਡਾਕਟਰ ਦੇ ਜਿਹੜੇ ਸੀਨੀਅਰ ਅਧਿਕਾਰੀ ਸੀਗੇ, ਉਹਨਾਂ ਦੇ ਕੋਲ ਆਪਣੀ ਫਰਿਆਦ ਤੁਸੀਂ ਲੈ ਕੇ ਗਏ? ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਕਿ ਇੱਕ ਨੌਜਵਾਨ ਦੀ ਜ਼ਿੰਦਗੀ ਜਿਹੜੀ ਆ ਡਾਕਟਰ ਦੀ ਵਜ੍ਹਾ ਦੇ ਨਾਲ ਖਤਮ ਹੋਣ ਦੀ ਕਗਾਰ ਤੇ? ਹਾਂਜੀ ਜੀ, ਸਾਰਿਆਂ ਦੇ ਕੋਲੇ ਗਏ ਆ ਅਸੀਂ, MC ਵੀ ਆਏ ਆ, MLA ਕੋ ਵੀ ਮੈਂ ਤਾਂ 5-6 ਵਾਰ ਜਾ ਕੇ, ਉਹਨਾਂ ਨੇ ਵੀ ਕੋਈ ਹਾਂ ਨਹੀਂ ਕੋਈ ਨਾ ਨਹੀਂ, ਕਿਸੇ ਨੇ ਕੁਛ ਨਹੀਂ ਦਿੱਤਾ, ਵਿੱਚੇ ਗੱਲ ਰਹਿਣ ਦਿੰਦੇ ਆ। SMO ਵਗੈਰਾ ਜੋ ਤੁਹਾਨੂੰ ਦੱਸਿਆ ਡਾਕਟਰ, ਉਹ ਤਾਂ ਸਾਰੇ ਰਲਿਓ ਮਿਲੇ ਹੋਈ ਆ। ਅਸੀਂ ਪੁੱਛਿਆ ਵੀ 2-3 ਵਾਰੀ ਕਿ ਤੁਸੀਂ ਉੱਪਰ ਐਪਲੀਕੇਸ਼ਨ ਭੇਜੀ ਜਾਂ ਨਹੀਂ ਭੇਜੀ, ਕੁਛ ਨਹੀਂ ਜਵਾਬ ਦਿੰਦੇ ਹੈਗੇ, ਨਾ ਕੁਛ ਵੀ ਦੱਸਦੇ ਆ।
ਕੀ ਕਹਿ ਦਿੱਤਾ ਜਾਂਦਾ? ਤੁਸੀਂ ਐਮਐਲਏ ਸਾਹਿਬ ਦੀ ਗੱਲ ਕੀਤੀ, ਕੀ ਕਹਿ ਦਿੱਤਾ ਜਾਂਦਾ ਤੁਹਾਨੂੰ ਜਦੋਂ ਤੁਸੀਂ ਐਮਐਲਏ ਸਾਹਿਬ ਦੇ ਕੋਲ ਆਪਣੀ ਫਰਿਆਦ ਜਿਹੜੀ ਲੈ ਕੇ? ਹਾਂਜੀ ਐਮਐਲਏ ਸਾਹਿਬ ਕੋ ਵੀ ਗਏ, ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਕਰਵਾ ਦਿੰਨੇ ਆ, ਦੇਖ ਲੈਣੇ ਗੱਲ ਕਰਕੇ। ਉਹਨਾਂ ਨੇ ਮਤਲਬ ਨਾ ਹਾਂ ਕੀਤੀ ਨਾ ਕੀਤੀ, ਕੁਛ ਨਹੀਂ ਮਤਲਬ। ਪਰ ਜਿਹੜੇ ਐਮਸੀ ਆ ਉਹਨਾਂ ਨੇ ਜ਼ਰੂਰ ਕਿਹਾ ਵੀ ਜੇ ਤੂੰ 2-3 ਲੱਖ ਨਹੀਂ ਲੈਣਾ 5 ਮੈਂ ਦੇ ਦਿੰਨਾ ਆ, ਲੈ ਲਾ, ਲੈ ਕੇ ਗੱਲ ਨਿਬੇੜ, ਨਹੀਂ ਜਿੱਦਾਂ ਤੇਰਾ ਦਿਲ ਕਰਦਾ ਉਹ ਕਰ, ਜੋ ਤੇਰਾ ਮਨ ਕਰਦਾ ਕਹਿੰਦੇ ਉਹ ਕਰੋ। ਹਾਂਜੀ ਐਮਸੀ ਸਾਹਿਬ ਜਿਹੜੇ ਤੁਹਾਡੇ ਇਲਾਕੇ ਦੇ ਹੈਗੇ? ਹਾਂਜੀ ਜੋ ਤੇਰਾ ਮਨ ਕਰਦਾ ਕਹਿੰਦੇ ਉਹ ਕਰ, ਜੇ 5 ਲੱਖ ਲੈਣਾ ਤਾਂ ਲੈ ਲਾ। ਕਹਿੰਦਾ ਬੱਚੇ ਦੀ ਬਾਂਹ ਦੀ ਕੀਮਤ ਇੱਕ 5 ਲੱਖ ਹੈ, ਉਹਦਾ ਬੱਚੇ ਦਾ ਸਾਰਾ ਫਿਊਚਰ ਪਿਆ। ਬਿਲਕੁਲ ਹਨਾ, ਇਹ ਤਾਂ ਗੱਲ ਨਹੀਂ ਨਾ ਬਣਦੀ, ਬੱਚਾ ਸਾਰੀ ਉਮਰ ਕਿੱਦਾਂ ਕੱਟੇਗਾ। ਬਿਲਕੁਲ। ਇੱਕ ਕੁਝ ਹੋਰ ਜਿਹੜੇ ਅਧਿਕਾਰੀ ਨੇ, ਪੁਲਿਸ ਦੇ ਅਧਿਕਾਰੀ ਨੇ, ਉਹਨਾਂ ਦੇ ਤੱਕ ਤੁਸੀਂ ਪਹੁੰਚ ਕੀਤੀ? ਕੋਈ ਸੁਣਵਾਈ ਵਾਸਤੇ ਤੁਸੀਂ ਕੋਈ FIR ਵਗੈਰਾ ਦਰਜ ਕਰਵਾਈ? ਕੋਈ ਜਿਹੜੇ ਸ਼ਿਕਾਇਤ ਉਹਨਾਂ ਦੇ ਖਿਲਾਫ, ਡਾਕਟਰ ਦੇ ਖਿਲਾਫ ਕੋਈ ਦਰਜ ਹੋਈ? ਹਾਂਜੀ ਉਹ ਦਿੱਤੀ ਉਹ ਹੈਗੀ ਆ, ਪਰ ਹਜੇ ਮਤਲਬ ਇੱਥੇ ਗੜਸ਼ੰਕਰ ਨਹੀਂ ਆਈ। SSP ਦੇ ਮੈਂ ਹੁਸ਼ਿਆਰਪੁਰ ਦੇ ਕੇ ਆਂਦੀ ਉਹ ਆ ਹਜੇ ਤੱਕ, ਪਰ ਉਹਨਾਂ ਨੇ ਨਹੀਂ ਹਜੇ ਸਾਨੂੰ ਬੁਲਾਇਆ ਹੈਗਾ। ਅੱਛਾ। ਹਾਂਜੀ ਉਹ ਜਦੋਂ ਬੁਲਾਉਗੇ ਉਦੋਂ ਪਤਾ ਲੱਗੇਗਾ ਕਿ ਕਿਹਦੇ ਵੱਲ ਦੀ ਗੱਲ ਕਰਦੇ ਆ ਨਹੀਂ ਕਰਦੇ। ਉਹ ਤਾਂ ਜਦੋਂ ਬੁਲਾਉਗੇ ਜੀ ਉਦੋਂ ਪਤਾ ਲੱਗੇਗਾ। ਸਿਵਲ ਸਰਜਨ ਦੇ ਜ਼ਰੂਰ ਮੈਂ ਉੱਥੇ ਹੁਸ਼ਿਆਰਪੁਰ ਵੀ ਕਹਿ ਕੇ ਆਂਦਾ ਸੀ, ਉਹਨਾਂ ਨੇ ਵੀ ਕਿਹਾ ਸੀ ਬੇਟਾ ਜੇ ਉੱਦਾਂ ਗੱਲ ਕਰ ਲਓ। ਮੈਂ ਕਿਹਾ ਨਹੀਂ, ਇੱਦਾਂ ਦਾ ਡਾਕਟਰ ਚਾਹੀਦਾ ਹੀ ਨਹੀਂ ਹੈਗਾ। ਅੱਜ ਤਾਂ ਮੇਰੇ ਬੱਚੇ ਦੀ ਲਾਈਫ ਖਰਾਬ ਕੀਤੀ ਆ, ਕੱਲ੍ਹ ਨੂੰ ਕਿਸੇ ਹੋਰ ਬੱਚੇ ਦੀ ਵੀ ਕਰੇਗਾ। ਕਿ ਮੈਂ ਚਾਹੁੰਦੀ ਤੇ ਕਾਰਵਾਈ ਕੀਤੀ ਜਾਵੇ। ਮੈਂ ਉੱਥੇ ਹੁਸ਼ਿਆਰਪੁਰ ਵੀ ਸਿਵਲ ਸਰਜਨ ਦੇ ਵੀ ਇਹ ਗੱਲ ਕਹਿ ਕੇ ਆਈ ਸੀ, ਬੱਚਾ ਵੀ ਮੈਂ ਆਪਣਾ ਨਾਲ ਲੈ ਕੇ ਗਈ ਸੀ ਵੀ ਇੱਦਾਂ ਦਾ ਡਾਕਟਰ ਚਾਹੀਦਾ ਹੀ ਨਹੀਂ। ਸਿਵਲ ਸਰਜਨ ਸਾਹਿਬ ਦੇ ਵੱਲੋਂ ਕੀ ਤੁਹਾਨੂੰ ਤਸੱਲੀ ਦਿੱਤੀ ਗਈ ਜਾਂ ਕੋਈ ਕਾਰਵਾਈ ਕਰਨ ਦਾ ਕੋਈ ਭਰੋਸਾ ਦਿੱਤਾ ਗਿਆ ਤੁਹਾਨੂੰ? ਹਾਂਜੀ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਅਸੀਂ ਕਮੇਟੀ ਬਣਾਵਾਂਗੇ, ਉਹ ਸਾਰੀ ਇਨਵੈਸਟੀਗੇਸ਼ਨ ਕਰੂਗੇ। ਡਿਪਟੀ ਕਮਿਸ਼ਨਰ ਦੇ ਵੀ ਦਿੱਤੀ ਸੀ, ਉਹਨਾਂ ਨੇ ਤਾਂ ਉਸੇ ਵੇਲੇ ਕਿਹਾ ਸੀ ਕਿ ਇੱਕ ਕਮੇਟੀ ਬਣਾਵਾਂਗੇ। ਉਹ ਜਿਹੜੇ ਤੁਹਾਨੂੰ ਦੱਸਿਆ ਕਮੇਟੀ ਵਾਲੇ ਵੀ ਬਣਾਏ, ਉਹ ਵੀ ਸਾਰੇ ਡਾਕਟਰ ਵੱਲ ਦੇ ਹੀ ਆ, ਡਾਕਟਰ ਤੋਂ ਇਲਾਵਾ ਕੋਈ ਗੱਲ ਨਹੀਂ ਕਰ ਰਹੇ ਹੈ। ਤੁਹਾਨੂੰ ਬੁਲਾਇਆ ਤਾਂ ਹੋਣਾ ਨਾ ਕਮੇਟੀ ਵਾਲਿਆਂ ਨੇ, ਤੁਹਾਡੀ ਫਰਿਆਦ ਉਹਨਾਂ ਵੱਲੋਂ ਸੁਣੀ ਗਈ ਹੋਣੀ? ਹਾਂਜੀ ਜੀ, ਪਹਿਲੇ ਮੈਂ ਦਿਨ ਬਿਆਨ ਵੀ ਦਿਆ ਸੀ ਕਿ ਲਿਖਤੀ ਰੂਪ 'ਚ ਤੇ ਕਾਰਵਾਈ ਕੀਤੀ ਜਾਵੇ, ਪਰ ਦੂਸਰੇ ਦਿਨ ਫੇਰ ਮੈਨੂੰ ਫੋਨ ਕਰਕੇ ਬੁਲਾਇਆ ਗਿਆ ਕਿ ਤੁਸੀਂ ਆਓ, ਅਸੀਂ ਬਹਿ ਕੇ ਗੱਲ ਕਰਨੀ ਆ। ਅਸੀਂ ਫੇਰ ਗਏ ਉੱਥੇ, ਬਸ ਇਹੀ ਕਹੀ ਜਾਂਦੇ ਕਿ ਬੱਚੇ ਨੂੰ ਪੜ੍ਹਾ ਦੇਵਾਂਗੇ, ਅਸੀਂ ਬੱਚੇ ਨੂੰ ਕੋਈ ਦੁਕਾਨ ਪਾ ਦੇਵਾਂਗੇ। ਉਹ ਕੀ ਮਤਲਬ ਪਾ ਦੇਵਾਂਗੇ ਦੁਕਾਨ ਦਾ? ਤਾਂ ਕੋਈ ਮਤਲਬ ਨਹੀਂ ਨਾ, ਬੱਚੇ ਦੀ ਤਾਂ ਲਾਈਫ ਇਸ ਟਾਈਮ ਖਰਾਬ ਹੈ ਨਾ। ਪੜ੍ਹਾਉਣਾ ਅਸੀਂ ਖੁਦ ਵੀ ਹੈਗਾ ਨਾ ਬੱਚੇ ਨੂੰ। ਇਹ ਨਹੀਂ ਕਿਹਾ ਕਿ ਉਹਨਾਂ ਨੇ ਕਿ ਡਾਕਟਰ ਦੀ ਗਲਤੀ ਹੈ ਜਾਂ ਕਿੱਦਾਂ, ਉਲਟਾ ਮੈਨੂੰ ਕਹਿੰਦੇ ਆ ਕਿ ਮਤਲਬ ਉੱਦਾਂ ਹੀ ਕੁਝ ਦੇ ਲੈ ਕੇ ਜੇ ਤੇਰਾ ਦਿਲ ਕਰਦਾ ਉਹ ਗੱਲ ਨੂੰ ਨਿਬੇੜ ਦੇ। ਕਿਉਂ ਕਿਹਾ ਜਾਂਦਾ ਹੈ? ਮੇਰਾ ਇਹੀ ਸਵਾਲ ਆ ਕਿ ਤੁਸੀਂ ਇੱਕ ਮਾਂ ਦੇ ਲਈ ਆਪਣੇ ਬੱਚੇ ਤੋਂ ਉੱਤੇ ਕੁਝ ਨਹੀਂ ਹੁੰਦਾ, ਤੁਸੀਂ ਖੁਦ ਵੀ ਜਿਹੜਾ ਸਰੀਰਕ ਤੌਰ ਤੇ ਜ਼ਿਆਦਾ ਠੀਕ ਨਹੀਂ ਹੈਗੇ, ਕਿਉਂ ਕਿਹਾ ਜਾਂਦਾ ਹੈ ਕਿ ਦੇ ਕੇ ਨਿਬੇੜ ਲਓ? ਤੁਸੀਂ ਐਮਸੀ ਸਾਹਿਬ ਦੀ ਗੱਲ ਕੀਤੀ ਜਾਂ ਹੋਰ ਕਮੇਟੀ ਵਾਲਿਆਂ ਦੀ ਗੱਲ ਕੀਤੀ ਕਿ ਦੇ ਲੈ ਕੇ ਜਿਹੜਾ ਨਿਬੇੜ ਲਓ? ਹਾਂਜੀ ਇਹ ਤਾਂ ਜੀ ਹੁਣ ਪਤਾ ਨਹੀਂ ਕਿਉਂ ਉਹਦਾ ਜ਼ਿਆਦਾ ਇੱਦਾਂ ਸਮਝਦੇ ਪਏ, ਖੁਦ ਵੀ ਹੈਂਡੀਕੈਪਟ ਹੈ, ਜ਼ਿਆਦਾ ਨੱਠ ਭੱਜ ਨਹੀਂ ਕਰ ਸਕਦੀ। ਇੱਕ ਸਾਡੀ ਆਰਥਿਕ ਵੀ ਉੱਦਾਂ ਦੀ ਤੌਰ ਤੇ ਆ ਕਿ ਪੈਸਾ ਧੇਲਾ ਨਹੀਂ ਲਾ ਸਕਦੀ, ਵੀ ਇਕੱਲੀ ਨੇ ਕਿੱਥੇ ਜਾਣਾ, ਕਿਹੜੀ ਕੋਈ ਕਾਰਵਾਈ ਸੁਣਨੀ ਆ। ਸਾਰੀ ਪੁੱਛ ਗਿੱਛ ਕੇ ਜਿੱਦਾਂ ਸਾਰੇ ਰਲਿਓ ਮਿਲਿਓ ਵਿੱਚੇ ਜਿਹੜੀ ਦੇਈ ਦੀ ਵੀ ਕੰਪਲੇਂਟ, ਉਹ ਵਿੱਚੇ ਗੁਦਮਦੋਲਾ ਹੀ ਕਰ ਦਿੰਦੇ ਆ, ਨਾ ਉਹ ਕੁਝ ਉੱਧਰ ਦੱਸਦੇ ਨਾ ਉੱਧਰ। ਸਾਰੇ ਡਾਕਟਰ ਨਾਲੇ ਰਲਿਓ ਮਿਲਿਓ, ਬੱਚੇ ਬਾਰੇ ਕੋਈ ਨਹੀਂ ਸੋਚ ਰਿਹਾ। ਤੁਸੀਂ ਐਮਸੀ ਸਾਹਿਬ ਦੀ, ਫੇਰ ਮੈਂ ਉੱਥੇ ਹੀ ਆਉਣਾ, ਐਮਸੀ ਸਾਹਿਬ ਦੀ ਗੱਲ ਕੀਤੀ ਹੈ, ਕੋਈ ਤੁਹਾਡੇ ਕੋਲ ਤੁਸੀਂ ਇੱਕ ਆਫ ਕੈਮਰਾ ਵੀਡੀਓ ਦੀ ਕੁਝ ਗੱਲ ਕਰ ਰਹੇ ਸੀ ਕਿ ਐਮਸੀ ਸਾਹਿਬ ਦੇ ਸੰਬੰਧ ਦੇ ਵਿੱਚ ਕੁਝ ਵੀਡੀਓ ਤੁਹਾਡੇ ਕੋਲ ਹੈ? ਕੀ ਹੈਗਾ? ਹਾਂਜੀ ਜੀ ਵੀਡੀਓ ਅਸੀਂ ਬਣਵਾਈ ਹੈ। ਵੀਡੀਓ ਮਤਲਬ ਐਮਸੀ ਸਾਹਿਬ ਖੁਦ ਮੈਨੂੰ ਕਹਿੰਦੇ ਆ ਵੀ ਡਾਕਟਰ ਤਾਂ 2-3 ਲੱਖ ਕਹਿੰਦਾ ਆ, ਮੈਂ ਤੈਨੂੰ ਆਪਣੇ ਵੱਲੋਂ ਕਹਿਣਾ 5 ਲੱਖ ਲੈ ਲਾ। ਅੱਛਾ। ਹਾਂਜੀ ਜੇ ਤੇ ਨਹੀਂ ਲੈਣਾ, ਬਾਕੀ ਤੇਰਾ ਜੋ ਦਿਲ ਕਰਦਾ, ਜਿੱਦਾਂ ਮਨ ਕਰਦਾ ਉਹ ਕਰ, ਜੋ ਵੀ ਤੇਰਾ ਦਿਲ ਕਰਦਾ ਹੈ। ਨਹੀਂ, ਤੁਹਾਡੇ ਇਲਾਕੇ ਦੇ ਜਿਹੜੇ ਨੁਮਾਇੰਦੇ ਨੇ, ਐਮਸੀ ਇੱਕ ਨੁਮਾਇੰਦਾ ਹੁੰਦਾ ਲੋਕਾਂ ਦੀ ਆਵਾਜ਼ ਹਾਇਰ ਅਥਾਰਟੀਜ਼ ਤੱਕ ਪਹੁੰਚਾਉਣ ਦਾ। ਹਾਂਜੀ ਜੇਕਰ ਆਪਣੇ ਨੁਮਾਇੰਦੇ ਹੀ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨਹੀਂ ਬਣਨਗੇ ਤਾਂ ਫਿਰ ਇਹ ਕਿਉਂ? ਮੈਂ ਤਾਂ ਉਹੀ ਸੋਚਦੀ ਹਾਂ ਵੀ ਅਰੋੜੀ ਸਾਹਿਬ ਨੂੰ ਵੀ ਪੁੱਛਣਾ ਚਾਹਨੀ ਵੀ ਤੁਹਾਡੀ ਪਾਰਟੀ ਦੇ ਬੰਦੇ ਆ, ਜਿਹੜਾ ਇੱਕ ਆਪਣੇ ਮਹੱਲੇ ਦੇ ਬੰਦੇ ਦਾ ਨਹੀਂ ਇੱਕ ਇਨਸਾਫ ਦਵਾ ਸਕਦੇ, ਸ਼ਹਿਰ ਜਾਂ ਦੇਸ਼ ਦਾ ਕੀ ਕਰੋਗੇ? ਇੱਕ ਕਹਿੰਦਾ ਆਪਣੇ ਜਿਹੜੇ ਮਹੱਲੇ ਦੇ ਬੰਦੇ ਦੇ ਨਾਲ ਨਹੀਂ ਖੜ ਰਹੇ, ਉਹਨੂੰ ਕਹਿ ਰਹੇ 2 ਨਹੀਂ 4 ਨਹੀਂ ਹੱਦ 5 ਲੱਖ ਲੈ ਲਾ, ਗੱਲ ਨਿਬੇੜ ਲਓ। ਉਹ ਬਾਕੀ ਕਿਸੇ ਦਾ ਕੀ ਕਰੋਗੇ? ਪਰ ਨਹੀਂ, ਇਹ ਮਤਲਬ ਸਾਰੇ ਅਗਲੇ ਨੂੰ ਦੱਬਣੇ ਨੂੰ, ਜਾਂ ਸਾਰੇ ਡਾਕਟਰ ਦੇ ਨਾਲ ਰਲਿਓ ਮਿਲਿਓ, ਪਤਾ ਨਹੀਂ ਤਾਂ ਉਹਦੇ ਨਾਲ ਕੀ ਗੱਲ ਆ, ਜਾਂ ਤਾਂ ਪੈਸੇ ਵਾਲਾ ਕਰਕੇ ਸਾਰੇ ਉਹਦੇ ਵਾਲੇ ਆ, ਅਸੀਂ ਉਹਦਾ ਵੀ ਗਰੀਬ ਕਰਕੇ ਨਹੀਂ ਕਰ ਰਹੇ, ਪਰ ਬੱਚੇ ਦੀ ਨਹੀਂ ਸੁਣ ਰਹੇ ਕੋਈ ਵੀ। ਡਾਕਟਰਸ ਨੂੰ ਕੁਝ ਬੁਲਾਇਆ ਗਿਆ ਪੁਲਿਸ ਦੇ ਵੱਲੋਂ? ਕੋਈ ਉਹਨਾਂ ਨੂੰ ਵਾਰੰਟ ਕੋਈ ਇਸ਼ੂ ਕੀਤੇ ਗਏ ਉਹਨਾਂ ਨੂੰ ਪੁੱਛਗਿੱਛ ਦੇ ਲਈ ਥਾਣੇ ਦੇ ਵਿੱਚ? ਹਾਲੇ ਤੱਕ ਬੁਲਾਇਆ ਗਿਆ ਕੁਝ? ਨਹੀਂ ਜੀ ਹਜੇ ਥਾਣੇ ਵੱਲੋਂ ਤੁਹਾਨੂੰ ਦੱਸਿਆ ਕੋਈ ਨਹੀਂ ਆਈ। SSP ਵੱਲ ਦਿੱਤੀ ਹੋਆ, ਪਰ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ, ਕਾਰਵਾਈ ਨਹੀਂ ਵੱਧ ਰਹੀ ਹਜੇ ਨਹੀਂ ਵੱਧ ਰਹੀ। ਨਹੀਂ ਇਹ ਵੀ ਨਹੀਂ ਤੁਹਾਨੂੰ ਦੱਸਿਆ, ਦੱਸਦੇ ਵੀ ਇਹਨਾਂ ਨੇ ਭੇਜੀ ਆ ਗਾਹਾਂ ਉੱਪਰ, ਨਹੀਂ ਭੇਜੀ, ਕੁਛ ਨਹੀਂ ਦੱਸਦੇ। SMO ਵੀ ਨਹੀਂ ਬਿਲਕੁਲ ਵੀ, ਓਕੇ ਬੋਲਦੇ ਵੀ ਅਲੱਗ ਜਿਹਾ ਹੀ ਆ, ਜਿੱਦਾਂ ਮਤਲਬ ਕਿ ਕੁਛ ਦੇਣਾ ਹੁੰਦਾ, ਅਸੀਂ ਅਗਲੇ ਦਾ ਕਰਜ਼ਾ ਲਿਆ ਆ, ਸਹੀ ਢੰਗ ਨਾਲ ਗੱਲ ਵੀ ਨਹੀਂ ਕਰਦੇ। ਕਿਸ ਤਰ੍ਹਾਂ ਮਤਲਬ ਗੱਲ ਵੀ ਨਹੀਂ ਕਰਦੇ?
ਕੀ ਕਿਹਾ ਜਾਂਦਾ ਤੁਹਾਨੂੰ ਜਦੋਂ ਹਾਂਜੀ, ਤੁਸੀਂ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਉੱਪਰ ਕਾਰਵਾਈ ਭੇਜ ਦਿੱਤੀ, ਕਹਿੰਦੇ ਕੋਈ ਨਹੀਂ ਭੇਜ ਦੇਣੀ ਆ, ਉਹ ਤੁਹਾਨੂੰ ਨਹੀਂ ਦੱਸਣੀ। ਅਸੀਂ ਇਹ ਵੀ ਕਿਹਾ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਕੀ ਵਿੱਚ ਲਿਖਿਆ ਦੱਸਣ ਲਈ, ਸਾਨੂੰ ਇੱਦਾਂ ਦੱਸੋ ਉੱਪਰ। ਜਦੋਂ ਕਹਿੰਦੇ ਅਸੀਂ ਸਾਡਾ ਹੋ ਜਾਊਗਾ ਕੰਮ, ਅਸੀਂ ਆਪੇ ਭੇਜ ਦੇਵਾਂਗੇ, ਤੁਹਾਨੂੰ ਕੋਈ ਮਤਲਬ ਨਹੀਂ ਇਸ ਚੀਜ਼ ਨਾਲ, ਤੁਸੀਂ ਆਪਣਾ ਜੋ ਕਰਨਾ ਕਰੀ ਜਾਓ, ਇੱਦਾਂ ਬੋਲਦੇ ਆ। ਅੱਛਾ, ਤੁਸੀਂ ਇੱਕ ਪਹਿਲਾਂ ਜਿਹੜੀ ਇਹ ਗੱਲ ਕੀਤੀ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਬੱਚੇ ਦੇ ਜਿਹੜਾ ਬਾਂਹ ਦੇ ਉੱਪਰ ਪਲਾਸਟਰ ਲਗਾਇਆ ਗਿਆ, ਜਿਸ ਦੀ ਵਜ੍ਹਾ ਦੇ ਨਾਲ ਇਹ ਨੁਕਸਾਨ ਜਿਹੜਾ ਹੋਇਆ, ਉਸ ਦੀਆਂ ਕੋਈ ਰਸੀਦਸ ਵਗੈਰਾ ਤੁਹਾਡੇ ਕੋਲ ਕੁਝ ਹੈ, ਕੋਈ ਪ੍ਰੂਫ ਹੈਗਾ? ਇਹਨਾਂ ਨੇ ਰਸੀਦ ਕੱਟੀ ਸੀਗੀ ਉੱਥੇ ਬੱਚੇ ਦੇ ਲਈ, ਮੈਡੀਸਨ ਦਿੱਤੀ ਸੀਗੀ, ਉਹ ਦੇਖੋ ਨਾਲ ਆ ਕਰਨ ਬੱਚੇ ਦਾ ਨਾਮ। ਹਾਂਜੀ, ਬੱਚੇ ਦਾ ਨਾਮ ਕਰਨਿਆ। ਸੋ ਦੋਸਤੋ, ਇੱਕ ਰਸੀਦ ਜਿਹੜੀ ਆ ਇਹਨਾਂ ਦੇ ਕਹਿਣ ਮੁਤਾਬਕ ਪ੍ਰਾਈਵੇਟ ਹਸਪੀਟਲ, ਜੋ ਸਰਕਾਰੀ ਡਾਕਟਰ ਹੁੰਦੇ ਹੋਏ ਵੀ ਇੱਕ ਡਾਕਟਰ ਦੇ ਵੱਲੋਂ ਪ੍ਰਾਈਵੇਟ ਹਸਪੀਟਲ ਜਿਹੜਾ ਚਲਾਇਆ ਜਾਂਦਾ ਹੈ, ਪਰ ਇਸ ਦੇ ਉੱਪਰ ਜੀ ਕੋਈ ਨਾਮ ਵਗੈਰਾ ਤਾਂ ਹੈ ਨਾਮ ਨਹੀਂ। ਨਹੀਂ ਜੀ, ਹੁਣ ਕੁਝ ਵੀ ਲਿਖਾਇਆ ਆ ਇਹਦੇ ਉੱਤੇ, ਇਹ ਨਹੀਂ ਪਤਾ ਕਾਤੇ ਨਹੀਂ ਲਿਖਵਾਇਆ ਆ, ਜਾਂ ਤਾਂ ਲੁਕੋ ਰੱਖਦਾ ਹੋਊਗਾ, ਪਰ ਉਹ ਰਨ ਕਰ ਰਿਹਾ ਆ ਉੱਥੇ ਚੰਡੀਗੜ੍ਹ ਰੋਡ ਤੇ ਆ ਹਸਪੀਟਲ। ਹਾਂਜੀ, ਗੜਸ਼ੰਕਰ 'ਚ। ਤੁਸੀਂ ਫਿਰ ਸੀਨੀਅਰ ਅਧਿਕਾਰੀਆਂ ਨੂੰ, ਐਸਐਮਓ ਸਾਹਿਬ ਨੂੰ ਜਾਂ ਪੁਲਿਸ ਤੱਕ ਕਿਹਾ ਕਿ ਕਿਉਂਕਿ ਕਾਨੂੰਨ ਇਹ ਕਹਿੰਦਾ ਕਿ ਜਿੰਨੀ ਦੇਰ ਤੁਸੀਂ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਆਪਣਾ ਪ੍ਰਾਈਵੇਟ ਹਸਪੀਟਲ ਜਿਹੜਾ ਨਹੀਂ ਖੋਲ ਸਕਦਾ, ਤੁਸੀਂ ਇਹ ਜ਼ਿਕਰ ਜਿਹੜਾ ਅਧਿਕਾਰੀਆਂ ਦੇ ਕੋਲ ਕੀਤਾ? ਹਾਂਜੀ ਜੀ, ਕਿਹਾ ਸੀਗਾ, ਉਹ ਫਿਰ ਵੀ ਤੁਹਾਨੂੰ ਦੱਸਿਆ ਡਾਕਟਰ ਵੱਲ ਦੀ ਗੱਲ ਕਰਦੇ ਆ, ਕੋਈ ਗੱਲ ਨਹੀਂ ਜੀ, ਕੁਝ ਵੀ ਨਹੀਂ ਸੁਣ ਰਹੇ ਹੋ, ਬਿਲਕੁਲ ਨਹੀਂ। ਉਲਟਾ ਸਮਾਂ ਮੈਨੂੰ ਕਹਿੰਦੇ ਜੇ ਤੂੰ ਕੇਸ ਕਰੂੰਗੀ, ਕੁਝ ਵੀ ਕਰੂੰਗੀ, ਤੈਨੂੰ ਤਰੀਕ ਤੇ ਸਮਾਂ ਕੈਸਾ, ਮੈਨੂੰ ਇਹ ਗੱਲ ਕਹੀ ਮੈਨੂੰ, ਕਹਿੰਦਾ ਬੇਟਾ ਜੇ ਤੂੰ ਕੇਸ ਵੀ ਕਰੂੰਗੀ ਤੈਨੂੰ ਜ਼ਿਆਦਾ ਜਾਣਾ ਪਿਆ ਕਰਨਾ ਤਰੀਕ ਤੇ, ਡਾਕਟਰ ਤਾਂ ਬੇਸ਼ੱਕ ਨਾ ਜਾਵੇ, ਜਿੱਦਾਂ ਅਗਲੇ ਨੂੰ ਡਰਾ ਰਹੇ ਆ ਮੋਰਿਓ। ਅੱਛਾ, ਦੱਬਣ ਦੀ ਕੋਸ਼ਿਸ਼। ਹਾਂਜੀ, ਵੀ ਤੂੰ ਇੱਕ ਤਾਂ ਖੁਦ ਹੈਂਡੀਕੈਪਟ ਆ, ਤੂੰ ਜਦੋਂ ਵੀ ਤਰੀਕ ਆਊਗੀ ਤੈਨੂੰ ਜ਼ਿਆਦਾ ਜ਼ਰੂਰੀ ਜਾਣਾ ਪਿਆ ਕਰੇਗਾ, ਕਿ ਮਤਲਬ ਇਹਨੂੰ ਤਾਂ ਬਿਲਕੁਲ ਜਾਵੇ ਨਾ ਜਾਵੇ ਕੋਈ ਗੱਲ ਨਹੀਂ। ਕਹਿੰਦਾ ਉਹੀ ਗੱਲ ਆ ਗਈ ਕਿ ਪੈਸਾ ਦੇ ਲੈ ਕੇ ਸਾਰਾ ਕੁਝ ਦੱਬੀ ਜਾਏਗਾ, ਅਸੀਂ ਗਰੀਬ ਕਰਕੇ ਮਤਲਬ ਨਹੀਂ ਜਾ ਕਰ ਸਕਦੇ ਕੁਝ ਵੀ। ਕਹਿੰਦਾ ਮਤਲਬ ਇਹੀ ਸੁਣਨਾ ਚਾਹੀਦਾ ਕਿ ਬੱਚੇ ਦੀ ਲਾਈਫ ਵੀ ਦੇਖਣੀ ਚਾਹੀਦੀ, ਬੱਚੇ ਦੀ ਸਾਰੀ ਲਾਈਫ ਬਰਬਾਦ ਹੋ ਗਈ ਉਹ ਸਾਡੇ ਦੀ, ਬੱਚੇ ਦੀ ਕੋਈ ਉਮਰ ਨਹੀਂ, ਕੋਈ ਵਾਸਤਾ ਨਹੀਂ, ਸਿਰਫ 15 ਸਾਲ ਦਾ ਹੈ ਬੱਚਾ। ਤੇ ਬੱਚੇ ਦੇ ਫਾਦਰ ਜਿਹੜੇ ਨੇ ਉਹ ਤੁਸੀਂ ਦੱਸਿਆ ਵਿਦੇਸ਼ ਦੇ ਵਿੱਚ ਨੇ? ਹਾਂਜੀ ਜੀ, ਉਹ ਮਲੇਸ਼ੀਆ ਦੇ ਵਿੱਚ ਆ, ਕਾਰਪੈਂਟਰ ਆ, ਉਹ 3 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਪਰ ਉਹ ਕੱਚੇ ਕਰਕੇ ਆ ਵੀ ਨਹੀਂ ਸਕਦੇ ਹੈਗੇ। ਅੱਛਾ, ਇਹ ਹਾਦਸਾ ਹੋਣ ਤੋਂ ਬਾਅਦ ਆਪਣੇ ਪੁੱਤਰ ਦੇ ਨਾਲ ਇੱਕ ਪਿਤਾ ਦੀ ਮੁਲਾਕਾਤ ਜਿਹੜੀ ਹਾਲੇ ਤੱਕ ਨਹੀਂ ਹੋ ਪਾਈ? ਨਹੀਂ ਜੀ, ਹਜੇ ਤੱਕ ਨਹੀਂ ਹੋਈ ਬਿਲਕੁਲ ਵੀ, ਸਿਰਫ ਫੋਨ ਤੇ ਗੱਲ ਹੁੰਦੀ ਹੈ ਜੀ। ਕਿੰਨਾ ਔਖਾ ਹੁੰਦਾ ਹੈ ਇੱਕ ਮਾਂ ਦੇ ਲਈ ਆਪਣੇ ਇਸ ਤਰ੍ਹਾਂ ਜਵਾਨ ਪੁੱਤ ਨੂੰ ਇਸ ਤਰ੍ਹਾਂ ਤੁਰਦੇ ਦੇਖਣਾ। ਹਾਂਜੀ, ਕਿ ਜਿਹੜਾ ਕਦੇ ਫੁੱਟਬਾਲ ਦੇ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸੁਪਨੇ ਦੇਖਦਾ ਸੀ, ਅੱਜ ਕਿਆ ਕਰਨਾ ਜੀ, ਹੁਣ ਜੋ ਕਿਸਮਤ ਦਾ ਆ। ਬਾਕੀ ਉਹੀ ਗੱਲ ਗਾਹਾਂ ਵੀ ਜਿਹੜੀ ਆਪਣੀ ਗੱਲ ਸਰਕਾਰ ਆ, ਇਹੀ ਹੈ ਕਿ ਬੱਚੇ ਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਨਾ। ਚਲੋ ਜਿਹੜਾ ਕਹਿੰਦੇ ਹੁਣ ਪਰਮਾਤਮਾ ਵੱਲੋਂ ਜੋ ਹੋ ਗਿਆ ਉਹ ਤਾਂ ਹੁਣ ਅਸੀਂ ਮੋੜ ਹੋ ਗਈ ਹੈ ਨਾ ਗੱਲ, ਬਾਕੀ ਜੋ ਡਾਕਟਰ ਦੀ ਅਣਗਹਿਲੀ ਆ ਉਹਦੇ ਬਾਰੇ ਵੀ ਦੇਖਣਾ ਚਾਹੀਦਾ ਨਾ। ਜਿਹੜੀ ਡਾਕਟਰ ਨੇ ਕੀਤੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ, ਬੱਚੇ ਦੇ ਨੂੰ ਇਨਸਾਫ ਤਾਂ ਪੂਰਾ ਚਾਹੀਦਾ ਨਾ, ਬੱਚੇ ਦੀ ਸਾਰੀ ਲਾਈਫ ਪਈ ਆ। ਬੱਚਾ ਉਹ ਸਾਡੇ ਨਾਲ ਆ ਬਾਈ, ਤਾਰਿਓ ਪਰਨਾ, ਤਾਰ ਦੋ ਬਿਲਕੁਲ ਤਾਰ ਦੋ, ਕੋਈ ਦਿੱਕਤ ਨਹੀਂ। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ ਕਿ 15-16 ਸਾਲ ਦਾ ਇੱਕ ਨੌਜਵਾਨ ਜਿਹੜਾ ਇੱਕ ਬਾਂਹ ਤੇ ਨਾਲ ਜਿਹੜਾ ਖੜਾ ਹੈ। ਗੱਲਬਾਤ ਬਾਈ, ਜਿਸ ਦਿਨ ਇਹ ਹਾਦਸਾ ਹੋਇਆ ਕੀ ਹੋਇਆ ਸੀ, ਸਾਰੀ ਕਹਾਣੀ ਕੀ ਸੀ, ਜੇ ਦੱਸੋ ਕਿਸ ਤਰ੍ਹਾਂ ਤੁਸੀਂ ਗਿਰੇ, ਕੋਈ ਮੈਚ ਸੀ ਜਾਂ ਕਿੱਦਾਂ? ਹਾਂਜੀ, ਮੈਂ ਸੀਗਾ ਹੀ ਖੇਡਦਾ ਪਿਆ, ਮੈਚ ਦੇ ਦੌਰਾਨ ਮੈਂ ਡਿੱਗ ਗਿਆ ਸੀ, ਤਾਂ ਕਰਕੇ ਮੇਰੀ ਬਾਂਹ ਟੁੱਟ ਗਈ ਸੀ। ਤਾਂ ਕਰਕੇ ਹੀ ਉਹ ਕਲੱਬ ਵਾਲੇ ਜੀ ਮੈਨੂੰ ਇੱਥੇ ਪਲਾਸਟਿਕ ਲਵਾਤਾ ਜੀ, ਜੋਗਿੰਦਰ ਡਾਕਟਰ ਲੈ ਕੇ ਗਏ ਕਲੱਬ? ਹਾਂਜੀ, ਤੇ ਉਹਨੇ ਬਿਨਾਂ ਐਕਸਰੇ ਕੀਤੇ ਪਲਾਸਟਿਕ ਕਰਤਾ ਸੀ, ਟਾਈਟ ਕਰਤਾ ਸੀ। ਜ਼ਿਆਦਾ ਤਕਲੀਫ ਰਹਿੰਦੀ ਸੀ ਤੁਹਾਨੂੰ ਫਿਰ ਇਸ ਬਾਂਹ ਦੀ ਜਦੋਂ ਉਹਨਾਂ ਨੇ ਪਲਾਸਟਰ, ਡਾਕਟਰ ਜੋਗਿੰਦਰ ਸਿੰਘ ਤੁਸੀਂ ਗੱਲ ਕਰ ਰਹੇ ਹੋ? ਹਾਂਜੀ, 2 ਦਿਨ ਪਲਾਸਟਰ ਰਿਹਾ, ਉਹਨੇ 2 ਦਿਨਾਂ ਬਾਅਦ ਸੱਦਿਆ ਸੀ ਵੀ ਆਪਾਂ ਚੈੱਕਅਪ ਵੀ ਕਰਾਉਣ ਗਏ। ਫਿਰ ਉਹ ਉਹਨੇ ਚੈੱਕ ਨਹੀਂ ਕੀਤਾ ਜੀ ਮੈਨੂੰ, ਤੇ ਉਹ ਕਹਿੰਦਾ ਸੀ ਕਿ ਦੁਆ ਹੋਣੀ, ਸਰਜਰੀ ਹੋਣੀ, ਕਿ ਇਹਨੂੰ ਐਡਮਿਟ ਕਰਾ ਦਿਓ। ਹਾਂਜੀ, ਪਰ ਬੱਚੇ ਨੂੰ ਨਹੀਂ ਉਸ ਦਿਨ ਵੀ ਦੇਖਿਆ ਹੁਣ ਬਿਲਕੁਲ ਵੀ ਜੀ, ਦੂਸਰੇ ਦਿਨ ਵੀ ਲੈ ਕੇ ਬੱਚੇ ਨੂੰ ਬਿਲਕੁਲ ਨਹੀਂ ਦੇਖਿਆ ਨਾ ਕੁਝ ਕੀਤਾ, ਇਹੀ ਕਹਿਤਾ ਕਿ ਬੱਚੇ ਨੂੰ ਐਡਮਿਟ ਕਰਵਾ ਦਿਓ। ਅੱਛਾ, ਡਾਕਟਰ ਜੋਗਿੰਦਰ ਸਿੰਘ ਵੱਲੋਂ ਇਹ ਗੱਲ ਕਹੀ ਗਈ? ਹਾਂਜੀ, ਬਿਨਾਂ ਜਾਂਚ ਕੀਤੇ? ਬਿਨਾਂ ਜਾਂਚ, ਕਹਿੰਦੇ ਬੱਚੇ ਨੂੰ ਮਤਲਬ ਤੁਸੀਂ ਐਡਮਿਟ ਕਰਵਾ ਦਿਓ, ਬੱਚੇ ਦੀ ਸਰਜਰੀ ਹੋਣੀ, ਉਹ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਤੇ ਕਿ ਨਹੀਂ ਬੱਚੇ ਨੂੰ ਪ੍ਰਾਈਵੇਟ ਦਿਖਾ ਲਈਏ, ਇਸ ਕਰਕੇ ਉੱਥੇ ਲੈ ਕੇ ਚਲੋ ਫਿਰ ਵੀ ਬੱਚਾ ਬਚ ਗਿਆ ਸਾਡਾ, ਪਰ ਉਹਦੀ ਅਣਗਹਿਲੀ ਹੱਦ ਤੋਂ ਵੱਧ ਕੇ ਕੀਤੀ ਹੋ ਸੀਗੀ। ਹੁਣ ਕੀ ਮੰਗ ਕਰਦੇ ਹੋ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਤੇ ਹੋਰ ਪ੍ਰਸ਼ਾਸਨ? ਹਾਂਜੀ, ਇਹੀ ਕਰਦੇ ਆ ਕਿ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਨਾ, ਜੇ ਡਾਕਟਰ ਦੀ ਗਲਤੀ ਆ ਤਾਂ ਡਾਕਟਰ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਨਾ, ਜੋ ਵੀ ਕਾਰਵਾਈ ਬਣਦੀ ਉੱਤੇ ਕਰਨੀ ਚਾਹੀਦੀ ਆ। ਤਾਂ ਬੱਚੇ ਦੀ ਸਾਰੀ ਲਾਈਫ ਪਈ ਆ, ਬੱਚੇ ਨੂੰ ਇਨਸਾਫ ਜ਼ਰੂਰੀ ਚਾਹੀਦਾ ਹੈ। ਐਮਸੀ ਸਾਹਿਬ ਦੇ ਵੱਡੀਆਂ ਗੱਲਾਂ ਇਹਨਾਂ ਦੇ ਵੱਲੋਂ ਕਹੀਆਂ ਗਈਆਂ ਨੇ, ਹੋਰ ਡਾਕਟਰਸ ਦੇ ਵੱਲੋਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਨੇ ਕਿ ਜੋ ਇਹ ਬੱਚਾ ਇੱਕ ਬਾਂਹ ਦੇ ਨਾਲ ਸਾਡੇ ਕੋਲ ਖੜਾ ਹੈ, ਇਹ ਇੱਕ ਬਾਂਹ ਜਿਹੜੀ ਆ ਡਾਕਟਰ ਦੀ ਅਣਗਹਿਲੀ ਦੇ ਨਾਲ ਜਿਹੜੀ ਇਸ ਦੀ ਖਤਮ ਹੋ ਗਈ, ਡੀਐਮਸੀ ਹਸਪੀਟਲ ਦੇ ਵਿੱਚ ਕੱਟਣੀ ਪਈ। ਆਪਾਂ ਐਮਸੀ ਸਾਹਿਬ ਦੇ ਨਾਲ ਪਹਿਲਾਂ ਗੱਲ ਕਰਦੇ ਹਾਂ, ਕਿਉਂਕਿ ਐਮਸੀ ਇੱਕ ਨੁਮਾਇੰਦਾ ਹੋਣ ਤੋਂ ਬਾਅਦ ਵੀ ਵੱਡੇ ਇਲਜ਼ਾਮ ਐਮਸੀ ਤੇ ਲੱਗੇ ਨੇ ਕਿ
ਮਾਮਲਾ ਦਬਾ ਲਓ, ਕੁਝ ਪੈਸੇ ਲੈ ਕੇ ਜਿਹੜਾ ਇਸ ਮਾਮਲੇ ਨੂੰ ਜਿਹੜਾ ਖਤਮ ਕਰ ਲਓ। MC ਦੇ ਨਾਲ ਗੱਲਬਾਤ ਕਰਦੇ ਹਾਂ। MC ਦਾ ਨੰਬਰ ਦਿਓ ਜੀ। ਸੋ ਦੇਖੋ, ਜਿਸ ਬੰਦੇ ਦੇ ਉੱਪਰ ਇੱਕ ਮਰੀਜ਼ ਦੀ ਜ਼ਿੰਦਗੀ ਬਚਾਉਣ ਦੀ ਜ਼ਿੰਮੇਵਾਰੀ ਹੁੰਦੀ, ਪਰ ਕੀ ਨਾਮ ਹੈ ਜੀ ਇਹਨਾਂ ਦਾ? ਸੋਮਨਾਥ ਬੰਗੜ। ਇਹ ਸਾਡੇ 2 ਵਾਰਡ ਦੇ ਹੀ ਆ। ਹੈਲੋ ਹੈਲੋ, ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਸੋਮਨਾਥ ਬੰਗੜ ਜੀ ਬੋਲ ਰਹੇ ਹੋ ਜੀ? ਹਾਂਜੀ ਸਰ, ਆਪ ਜੀ ਦੇ ਵਾਰਡ ਦੇ ਵਿੱਚ ਹੀ ਖੜਾ ਸੀ। ਇੱਕ ਬੱਚੇ ਦੇ ਨਾਲ ਕੁਝ ਮਹੀਨੇ ਪਹਿਲਾਂ ਹਾਦਸਾ ਹੋਇਆ ਸੀ, ਬਾਂਹ ਕੱਟੀ ਗਈ ਸੀ ਟੁੱਟਣ ਤੋਂ ਬਾਅਦ। ਹਾਂਜੀ ਹਾਂਜੀ ਸਰ, ਦੱਸ ਸਕਦੇ ਹੋ ਕਿ ਕੀ ਇਸ ਦੇ ਵਿੱਚ ਹਲੇ ਤੱਕ ਕਾਰਵਾਈ ਹੋ ਰਹੀ ਕੁਝ? ਪਤਾ ਨਹੀਂ, ਮੈਨੂੰ ਮੋਬਾਈਲ ਤੇ ਨਹੀਂ, ਮੈਨੂੰ ਬੈਠ ਕੇ ਗੱਲ ਆਓ। ਨਹੀਂ ਸਰ, ਲਾਈਵ ਦਰਸ਼ਕ ਜਿਹੜੇ ਨੇ ਲਾਈਵ ਤੁਹਾਨੂੰ ਦੇਖ ਰਹੇ ਨੇ। ਨਹੀਂ ਲਾਈਵ ਤਾਂ ਹੈ ਹੀ ਨਹੀਂ, ਕਿਤੇ ਲਾਈਵ ਕਿਤੇ ਆ? ਨਹੀਂ ਸਰ, ਅਸੀਂ ਤੁਹਾਡੇ ਨਾਲ ਇਸ ਟਾਈਮ ਲਾਈਵ ਦੇ ਵਿੱਚ ਗੱਲ ਕਰ ਰਹੇ ਹਾਂ ਸਰ। ਨਹੀਂ ਤੇ ਲਾਈਵ ਕਿੱਥੇ, ਮੈਨੂੰ ਪਤਾ ਤੁਸੀਂ ਕੌਣ ਬੋਲਦੇ ਆ? ਸਰ, ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ, ਸੰਸਾਰਦੀਪ ਸਿੰਘ। ਠੀਕ ਹੈ ਜੀ। ਹਾਂਜੀ, ਉਸ ਦੇ ਵਿੱਚ ਅਪਡੇਟ ਕੀ ਹੈਗੀ, ਕੀ ਇਹ ਮਾਮਲਾ ਹੈਗਾ ਸਾਰਾ? ਇਹਦੇ ਬਾਰੇ ਮੈਨੂੰ ਨਹੀਂ, ਉਹਦੀ ਪੇਰੈਂਟਸ ਨੂੰ ਪਤਾ ਜੀ ਸਰ, ਕਿਉਂਕਿ ਪੇਰੈਂਟਸ ਦੇ ਵੱਲੋਂ ਆਪ ਜੀ ਦੇ ਹੀ ਇਲਜ਼ਾਮ ਲਗਾਏ ਗਏ ਨੇ ਕਿ MC ਸਾਹਿਬ ਜਿਹੜੇ ਨੇ ਮਾਮਲਾ ਪੈਸੇ ਦੇ ਕੇ ਦਬਾਉਣਾ ਚਾਹੁੰਦੇ ਨੇ। ਨਹੀਂ ਮੈਂ ਕੋਈ ਨਹੀਂ, ਮੇਰੀ ਕੋਈ ਇਨਵੋਲਵਮੈਂਟ ਨਹੀਂ। ਕਿਉਂਕਿ ਇੱਕ ਜੀ, ਜੇ ਤਾਂ ਮੈਂ ਇਹਨਾਂ ਕੋਲ ਆਇਆ ਜਾਂ ਇਹਨਾਂ ਨੂੰ ਕਿਹਾ, ਮਜਬੂਰੀ ਬਸ ਕੀਤੀ, ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਸਰ। ਕਿਉਂਕਿ ਇਹ ਕਹਿੰਦੇ ਕਿ MC ਸਾਹਿਬ ਘਰੇ ਆਉਂਦੇ ਨੇ ਤੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜੇ ਨੇ 2-3 ਲੱਖ ਦੇ ਰਹੇ ਨੇ ਤੇ ਮੈਂ ਤੁਹਾਨੂੰ 5 ਲੱਖ ਜਿਹੜਾ ਦੇ ਦਿੰਦਾ, ਇਸ ਮਾਮਲੇ ਨੂੰ ਜਿਹੜਾ ਰਫਾ ਦਫਾ ਕਰ ਦਿਓ। ਇੱਕ ਨਾ ਇਦਾਂ ਦੀ ਕੋਈ ਗੱਲ ਨਹੀਂ ਹੋਈ। ਠੀਕ ਹੈ ਜੀ, ਮੇਰੇ ਘਰ ਇਹ ਆਪ ਆਏ ਆ, ਮਾਂ ਪੁੱਤੇ। ਇਹਨਾਂ ਚਾਚਾ ਸਹੁਰਾ ਮੇਰੇ ਘਰ ਲੈ ਕੇ ਆਇਆ। ਵੀ ਸਾਡੇ ਮੁੰਡੇ ਦੀ ਗੱਲਬਾਤ ਹੋਈ ਹੈ ਵੀ ਉਸ ਤੋਂ ਬਾਅਦ ਮੇਰੇ ਕੋਲ ਨਾ ਇਹ ਆਏ ਆ, ਅੱਜ ਤੋਂ ਮਹੀਨਾ ਪਹਿਲਾਂ ਨਾ ਮੈਂ ਇਹਨਾਂ ਦੇ ਕਦੀ ਗਿਆ। ਆਪ ਜੀ ਨੇ ਜਾਣੀ ਇਹ ਗੱਲ ਕਹੀ ਨਹੀਂ ਹੈ ਕਿ 5 ਲੱਖ ਰੁਪਈਆ ਤੁਹਾਨੂੰ ਦੇ ਦਿੰਦਾ? ਬਿਲਕੁਲ ਨਹੀਂ, ਮੈਂ ਇਹਨਾਂ ਗੱਲ ਕਹਿਣੀ, ਮੈਨੂੰ ਕੋਈ ਜ਼ਰੂਰਤ ਪਹਿਲਾਂ ਦੱਸੋ, ਮੈਂ ਇਹਨਾਂ ਨੂੰ ਗੱਲ ਕਹਿਣੀ, ਪੁੱਛੋ ਮੈਂ ਇਹਨਾਂ ਨੂੰ ਕਹੀ। ਸਰ, ਕਿਉਂਕਿ ਇਹਨਾਂ ਵੱਲੋਂ ਇੱਕ ਵੀਡੀਓ ਵੀ ਜਿਹੜੀ ਆ ਸਾਡੇ ਕੋਲ ਦਿਖਾਈ ਗਈ ਕਿ ਇਹ MC ਸਾਹਿਬ ਨੇ ਜਿਹੜੇ ਕਹਿ ਰਹੇ ਨੇ ਕਿ 5 ਲੱਖ ਰੁਪਈਆ ਜਿਹੜੇ। ਕਿਤੇ ਵੀ ਨਹੀਂ ਦੱਸੋ, ਮੈਂ ਦਿਖਾ ਦੇ ਵੀਡੀਓ। 5 ਲੱਖ ਤੇ ਮੇਰੇ ਘਰ ਆਪ ਖੁਦ ਆਏ ਆ ਚੱਲ ਕੇ। ਇਹਦਾ ਚਾਚਾ ਦਾ ਨਾਮ ਸੀ, ਆਪ ਆਏ ਮੇਰੇ ਘਰ ਚੱਲ ਕੇ ਜੀ। ਵੀ ਏਦਾਂ ਦਾ ਗੱਲ ਆ ਵੀ ਸਾਡਾ ਜਿਹੜਾ ਕੋਈ ਫੈਸਲਾ ਕਰਾਓ ਜੀ। ਮੈਂ ਇਹਨਾਂ ਨੂੰ ਪੁੱਛਣਾ ਨਹੀਂ ਗਿਆ, ਇਹ ਆਪੇ ਆਏ ਆ। ਠੀਕ ਹੈ, ਨਾ ਮੈਂ ਕਿਹਾ 5 ਲੱਖ ਦੀ, ਨਾ ਇਹਨਾਂ ਨੂੰ 10 ਲੱਖ ਦੀ। ਜੀ, ਠੀਕ ਹੈ ਜੀ, ਇਹ ਤਾਂ ਇਹਨਾਂ ਦਾ ਕੰਮ ਹੈ, ਜਾਣਨ ਜੇ ਕੀ ਕਰਨਾ ਜੀ। ਜੀ, ਥੈਂਕ ਯੂ ਸਰ। ਸੋ ਪਰਿਵਾਰ ਵੱਲੋਂ ਜਿਹੜੇ ਵੱਡੇ ਇਲਜ਼ਾਮ ਜਿਹੜੇ ਨੇ ਇਲਾਕੇ ਦੇ ਜਾਂ ਇਸ ਵਾਰਡ ਦੇ MC ਦੇ ਉੱਪਰ ਲਗਾਏ ਗਏ ਸੀ, ਉਹਨਾਂ ਵੱਲੋਂ ਤਾਂ ਨਕਾਰ ਦਿੱਤਾ ਗਿਆ ਕਿ ਮੈਂ ਬਿਲਕੁਲ ਵੀ ਇਸ ਪਰਿਵਾਰ ਨੂੰ ਕਦੇ ਨਹੀਂ ਕਿਹਾ 5 ਲੱਖ ਰੁਪਏ ਪਿੱਛੇ ਜਾਂ ਕੁਝ ਵੀ ਰੁਪਏ ਪਿੱਛੇ। ਇਲਜ਼ਾਮਾਂ ਨੂੰ ਝੁਠਲਾ ਦਿੱਤਾ ਗਿਆ। ਹਾਲਾਂਕਿ ਪਰਿਵਾਰ ਵੱਲੋਂ ਡਾਕਟਰ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ, ਹੋਰ ਅਧਿਕਾਰੀਆਂ ਦੇ ਉੱਪਰ ਵੀ ਜਿਹੜੇ ਨੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਗਏ ਨੇ। ਇਸ ਸਬੰਧ ਦੇ ਵਿੱਚ ਜਿਨ੍ਹਾਂ ਦੇ ਕੋਲ ਪਰਿਵਾਰ ਦੇ ਵੱਲੋਂ ਜਿਹੜੀ ਪੁਲਿਸ ਰਿਪੋਰਟ ਆ ਉਹ ਦਰਜ ਕਰਵਾਈ ਗਈ ਸੀ, ਹੁਣ ਪੁਲਿਸ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇਸ ਹਾਦਸੇ ਦੇ ਬਾਰੇ ਪੁਲਿਸ ਦੀ ਰਿਪੋਰਟ ਦੀ ਪ੍ਰੋਗਰੈਸ ਕੀ ਆ, ਕੀ ਪੁਲਿਸ ਵੱਲੋਂ ਕਿਹਾ ਜਾਂਦਾ, ਕਿਉਂਕਿ ਇਹ ਸਵਾਲ ਇੱਕ ਬੱਚੇ ਦੀ ਜ਼ਿੰਦਗੀ ਦਾ, ਇੱਕ ਮਾਂ ਦੇ ਪੁੱਤ ਦੀ ਜ਼ਿੰਦਗੀ ਦਾ। ਸੋ ਉਸ ਬੱਚੇ ਦਾ ਜਿਸ ਦੀ ਬਾਂਹ ਕੱਟ ਗਈ ਸੀ, ਉਸ ਤੋਂ ਬਾਅਦ ਅਸੀਂ ਪੁਲਿਸ ਦਾ ਪੱਖ ਜਾਣਨ ਦੇ ਲਈ ਡਿਪਟੀ ਸੁਪਰਡੈਂਟੈਂਟ ਆਫ ਪੁਲਿਸ ਗੜਸ਼ੰਕਰ ਦੇ ਆਫਿਸ ਦੇ ਵਿੱਚ ਪਹੁੰਚੇ ਹਾਂ। ਹਾਲਾਂਕਿ ਕੁਝ ਰੁਝੇਵਿਆਂ ਕਰਕੇ ਉਹ ਸਾਨੂੰ ਜਿਹੜੇ ਨੇ ਆਪਣੇ ਆਫਿਸ ਦੇ ਵਿੱਚ ਮੌਜੂਦ ਨਹੀਂ ਮਿਲੇ। ਕੋਈ ਹੋਰ ਵੀ ਸੀਨੀਅਰ ਅਧਿਕਾਰੀ ਜਿਹੜਾ ਸਾਨੂੰ ਇਸ ਆਫਿਸ ਦੇ ਵਿੱਚ ਨਹੀਂ ਮਿਲਿਆ। ਹਾਲਾਂਕਿ ਸਾਨੂੰ ਉਹਨਾਂ ਦਾ ਕੰਟੈਕਟ ਨੰਬਰ ਜਿਹੜਾ ਮਿਲ ਗਿਆ, ਆਪਾਂ ਉਹਨਾਂ ਦੇ ਨਾਲ ਜਿਹੜਾ ਫੋਨ ਤੇ ਉੱਪਰ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਆਖਰ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਹਿਣਾ ਚਾਹੁੰਦੀ ਆ। ਸੋ DSP ਸਾਹਿਬ ਨੇ ਫੋਨ ਜਿਹੜਾ ਅਟੈਂਡ ਨਹੀਂ ਕੀਤਾ। ਇੱਕ ਵਾਰੀ
ਹੋਰ ਜਿਹੜਾ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਦੁਬਾਰਾ ਕਰਦੇ। ਕਹਿੰਦੇ ਕਿਹਨੂੰ? ਹੈਲੋ ਅੱਛਾ ਦੂਜਾ ਅੱਛਾ ਹੈਲੋ ਓਕੇ ਓਕੇ ਚਲੋ ਠੀਕ। ਹਾਂਜੀ ਸਰ ਡੀਐਸਪੀ ਸਾਹਿਬ ਬੋਲ ਰਹੇ ਜੀ? ਹਾਂਜੀ ਬੋਲੋ ਜੀ। ਸਰ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਹੇ ਹਾਂ ਸਰ, ਸੰਸਾਰਦੀਪ ਸਿੰਘ। ਹਾਂਜੀ ਸਰ ਇੱਕ ਵਾਰਡ ਨੰਬਰ 2 ਤੋਂ ਮਾਮਲਾ ਆਇਆ ਸੀ, ਬੱਚੇ ਦਾ ਕਿਸੇ ਹਾਦਸੇ ਦੇ ਵਿੱਚ ਹੱਥ ਕੱਟ ਗਿਆ ਸੀ, ਉਹਨਾਂ ਦੇ ਗਿਰਨ ਦੇ ਨਾਲ ਬਾਂਹ ਟੁੱਟ ਗਈ ਸੀ ਤੇ ਉਸ ਤੋਂ ਵਾਰਡ ਬਾਅਦ ਨੰਬਰ 2 ਗੜਸ਼ੰਕਰ। ਹਾਂਜੀ ਸਰ ਕੀ ਅੱਛਾ ਜੀ। ਹਾਂਜੀ, ਉਹ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਡਾਕਟਰ ਦੀ ਅਣਗਹਿਲੀ ਦੇ ਨਾਲ ਜਿਹੜੇ ਬੱਚੇ ਦੀ ਬਾਂਹ ਜਿਹੜੀ ਹੈ ਕੱਟੀ ਗਈ ਸੀ। ਹਾਂਜੀ, ਉਹਨਾਂ ਨੇ ਇੱਕ ਡਾਕਟਰ ਤੇ ਇਲਜ਼ਾਮ ਵੀ ਲਗਾਏ ਨੇ ਤੇ ਉਸ ਮਾਮਲੇ ਦੇ ਵਿੱਚ ਆਪ ਜੀ ਤੋਂ ਅਪਡੇਟ ਲੈਣੀ ਸੀ ਕਿ ਕੀ ਪ੍ਰੋਗਰੈਸ ਪੁਲਿਸ। ਮੈਨੂੰ ਤਾਂ ਹੁਣ ਇਦਾਂ ਤਾਂ ਪਤਾ ਨਹੀਂ ਨਾ, ਹੁਣ ਜਿਹੜੀ ਕੋਈ ਮੇਰੇ ਕੋਲ ਐਪਲੀਕੇਸ਼ਨ ਹੈ ਕਿ ਮੈਨੂੰ ਰਿਕਾਰਡ ਦੇਖਣਾ ਪਊਗਾ ਜੀ ਸਰ। ਇੱਕ 1043 ਨੰਬਰ ਜਿਹੜਾ ਐਪਲੀਕੇਸ਼ਨ ਨੰਬਰ ਹੈਗਾ ਹੁਸ਼ਿਆਰਪੁਰ ਸਾਹਿਬ ਐਸਐਸਪੀ ਸਾਹਿਬ ਦੇ ਵੱਲੋਂ ਹੁਸ਼ਿਆਰਪੁਰ ਤੋਂ। 1043 ਜੀ ਸਰ। ਤੁਸੀਂ ਜਾਂ ਤਾਂ ਫਿਰ ਅੱਧੇ ਘੰਟੇ ਤੱਕ ਮੈਨੂੰ ਕਾਲ ਕਰ ਲਿਓ, ਦੇਖ ਲਓ। ਅੱਛਾ ਜੀ, ਥੈਂਕ ਯੂ ਸਰ। ਚੈਨਲ ਦੱਸਿਆ ਜੀ? ਸਰ ਪੰਜਾਬੀ ਲੋਕ ਚੈਨਲ। ਪੰਜਾਬੀ ਲੋਕ ਚੈਨਲ। ਕੀ ਗੁੱਡ ਨੇਮ ਤੁਹਾਡਾ? ਸੰਸਾਰਦੀਪ ਸਿੰਘ ਜੀ। ਆਪਾਂ ਮਿਲੇ ਪਹਿਲਾਂ? ਨਹੀਂ ਸਰ। ਅੱਛਾ, ਹੈਗੇ ਲੋਕਲੀ ਚੈਨਲ ਕੋ ਹੁਸ਼ਿਆਰਪੁਰ ਤੋਂ? ਨਹੀਂ ਸਰ, ਰੋਪੜ ਤੋਂ ਜੀ। ਰੋਪੜ ਤੋਂ ਜੀ ਸਰ। ਕਿੰਨਾ ਫੋਨ ਨੰਬਰ ਤੁਹਾਡਾ ਸਰ ਹਾਂਜੀ ਸਰ, ਇਸ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਤੁਸੀਂ, ਕੋਈ ਦਿੱਕਤ ਨਹੀਂ। ਓਕੇ 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 ਸਰ, ਥੈਂਕ ਯੂ। ਸੋ ਅੱਧੇ ਘੰਟੇ ਤੱਕ ਡੀਐਸਪੀ ਸਾਹਿਬ ਦੇ ਨਾਲ ਅਸੀਂ ਨੇ ਗੱਲਬਾਤ ਕੀਤੀ ਹੈ ਕਿ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਮਾਣਯੋਗ ਡੀਐਸਪੀ ਸਾਹਿਬ ਜਿਹੜੇ ਨੇ ਸਾਨੂੰ ਇਸ ਬਾਰੇ ਦੱਸ ਸਕਦੇ ਨੇ। ਹੁਣ ਡੀਐਸਪੀ ਸਾਹਿਬ ਦਾ ਇੰਤਜ਼ਾਰ ਕਰਦੇ ਹਾਂ, ਹੋ ਸਕਦਾ ਕਿ ਕਿਸੇ ਆਪਣੇ ਰੁਝੇਵਿਆਂ ਦੇ ਵਿੱਚ ਜਿਹੜਾ ਬਿਜ਼ੀ ਹੋ ਸਕਦੇ ਨੇ। ਇੰਤਜ਼ਾਰ ਕਰਦੇ ਹਾਂ ਕਿ ਆਖਰ ਡੀਐਸਪੀ ਸਾਹਿਬ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ। ਹੈਲੋ ਹੈਲੋ, ਹਾਂਜੀ ਸਰ। ਹਾਂਜੀ, ਆਈ ਦਰਖਾਸਤ ਜੀ ਹੁਣੇ 2 ਦਿਨ ਪਹਿਲਾਂ ਆਈ ਹੈਗੀ ਹੈ ਤੇ ਹਾਂਜੀ ਹਾਂਜੀ ਇਹਦੀ ਬਸ ਬੁਲਾਇਆ ਸੀ ਅੱਜ ਮੈਨੂੰ ਲੱਗਦਾ, ਬਟ ਮੁੜ ਕੇ ਅਸੀਂ ਥੋੜੇ ਬਿਜ਼ੀ ਹੋ ਗਏ, ਹੁਣ ਕੱਲ ਨੂੰ ਬੁਲਾ ਕੇ ਕਰਦੇ ਆ ਜੋ ਵੀ ਅੱਛਾ ਜੀ। ਹਾਂਜੀ ਸਰ, ਕਿਉਂਕਿ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਸਿਰਫ ਡਾਕਟਰ ਸਾਹਿਬ ਦਾ ਹੀ ਪੱਖ ਪੂਰਿਆ ਜਾ ਰਿਹਾ ਕਿ ਸਾਨੂੰ ਡਾਕਟਰ ਸਾਹਿਬ ਵੱਲੋਂ ਹੋਰ ਕੁਝ ਵਿੱਚ ਬੰਦੇ ਪਾ ਕੇ ਜਿਹੜਾ ਫੈਸਲਾ ਕਰਨ ਦੇ ਲਈ ਜਿਹੜਾ ਮਜਬੂਰ ਕੀਤਾ ਜਾ ਰਿਹਾ। ਦੇਖੋ ਸਾਡੇ ਨਾਲ ਤਾਂ ਅਜੇ ਤੱਕ ਨਾ ਪਰਿਵਾਰ ਮਿਲਿਆ ਹੈਗਾ ਆ, ਨਾ ਹੀ ਕੋਈ ਹੋਰ ਮਿਲਿਆ। ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਆ ਜਿਸ 'ਚ ਅਸੀਂ ਉਹਨਾਂ ਨੂੰ ਕਾਲ ਕੀਤੀ, ਦੋਨਾਂ ਪਾਰਟੀਆਂ ਨੂੰ ਬੁਲਾਇਆ ਜੀ, ਕੱਲ ਵਾਸਤੇ ਬੁਲਾਇਆ ਹੈਗਾ। ਤੇ ਅਜੇ ਲੇਟੈਸਟ ਹੁਣੇ ਆਈ ਹੈ ਜੇ 6ਵੇਂ ਮਹੀਨੇ 'ਚ ਆਈ ਆ, ਹੁਣੇ 7 ਤਰੀਕ ਅੱਜ ਹੋਈ ਹੈ, 3 ਤਰੀਕ ਨੂੰ ਰਿਪੋਰਟ ਆਈ ਹੈਗੀ ਜੀ ਦਰਖਾਸਤ। ਜੀ ਸਰ। ਸਰ ਕਿਸ ਦਿਨ ਬੁਲਾਇਆ ਹੈਗਾ? ਕੱਲ ਦਾ ਪ੍ਰਬੰਧ ਕੱਲ ਨੂੰ ਸੱਦੇ। ਜੀ ਜੀ, ਥੈਂਕ ਯੂ ਸਰ। ਸੋ ਦੋਸਤੋ, ਅਸੀਂ ਗੜਸ਼ੰਕਰ ਦੇ ਐਸਐਮਓ ਸਾਹਿਬ ਡਾਕਟਰ ਰਮਨ ਦੇ ਕੋਲ ਪਹੁੰਚ ਚੁੱਕੇ ਹਾਂ, ਕਿਉਂਕਿ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਮੈਡੀਕਲ ਪ੍ਰਸ਼ਾਸਨ ਦੇ ਉੱਪਰ ਲਗਾਏ ਗਏ ਸੀ। ਜਾਣਦੇ ਇਹਨਾਂ ਤੋਂ ਕਿ ਆਖਰ ਇਸ ਮਾਮਲੇ ਦੇ ਵਿੱਚ ਅਸਲ ਮੁੱਦਾ ਜਿਹੜਾ ਕੀ ਆ, ਅਸਲ ਮਾਮਲਾ ਇਹ ਕੀ ਆ ਤੇ ਇਹਨਾਂ ਦੇ ਵੱਲੋਂ ਹਾਲੇ ਤੱਕ ਕਾਰਵਾਈ ਇਸ ਮਾਮਲੇ ਦੇ ਵਿੱਚ ਕੀ ਕੀਤੀ ਗਈ ਆ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਇੱਕ ਬੱਚਾ ਕਰਨ ਨਾਮ ਦਾ 15-16 ਸਾਲ ਦੀ ਏਜ ਹੈਗੀ, ਵਾਰਡ ਨੰਬਰ 2 ਗੜਸ਼ੰਕਰ ਦੇ ਵਿੱਚ ਬੱਚੇ ਦੀ ਕਿਸੇ ਹਾਦਸੇ ਦੇ ਵਿੱਚ ਜਿਹੜੀ ਬਾਂਹ ਕੱਟ ਜਾਂਦੀ ਆ, ਪਰਿਵਾਰ ਦੇ ਵੱਲੋਂ ਡਾਕਟਰ ਸਾਹਿਬ ਡਾਕਟਰ ਜੋਗਿੰਦਰ ਸਿੰਘ ਹੋਣਾ ਤੇ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ। ਤੁਹਾਡੇ ਧਿਆਨ ਦੇ ਵਿੱਚ ਹੈ ਇਹ ਮਾਮਲਾ? ਪਹਿਲਾਂ ਮੈਂ ਜਾਣਨਾ ਚਾਹਾਂਗਾ। ਹਾਂਜੀ, ਮੇਰੇ ਧਿਆਨ 'ਚ ਹੈਗਾ ਇਹ ਮਾਮਲਾ, ਕਿਉਂਕਿ ਸਾਨੂੰ ਜਿਹੜੀ ਆ ਇੱਕ ਲੈਟਰ ਆਈ ਸੀਗੀ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਫ਼ਤਰ 'ਚੋਂ ਕਿ ਇੱਕ ਕੰਪਲੇਂਟ ਇੱਕ ਹੈਗੀ ਆ, ਇਹਦੀ ਤੁਸੀਂ ਇਨਕੁਆਇਰੀ ਕਰਕੇ ਭੇਜੋ। ਇਹ ਮੇਰੇ ਨੋਟਿਸ ਹੈਗੀ ਆ ਜੀ, ਤੇ ਅਸੀਂ ਉਹਦੀ ਇਨਕੁਆਇਰੀ ਕਰਕੇ ਭੇਜੀ ਹੈਗੀ ਆ। ਅਸੀਂ ਇੱਕ 4 ਮੈਂਬਰੀ ਟੀਮ ਫਾਰਮ ਕੀਤੀ ਸੀ, ਜਿਹਦੇ 'ਚ ਇੱਕ ਸਰਜਨ ਸੀਗਾ ਤੇ 3 ਉਹਦੇ ਨਾਲ ਹੋਰ ਡਾਕਟਰ ਸੀਗੇ। ਅੱਛਾ, ਠੀਕ ਹੈ ਜੀ। ਤੇ ਉਹਨਾਂ ਨੇ ਪਹਿਲਾਂ ਕੰਪਲੇਨੈਂਟ ਨੂੰ ਬੁਲਾਇਆ, ਉਹਦੀ ਜੋ ਕੰਪਲੇਂਟ ਸੀਗੀ ਉਹਨੂੰ ਰਿਟਨ ਲਿਆ, ਪਲੱਸ ਉਹਨੂੰ ਕਿਹਾ ਕਿ ਆਪਣੇ ਜਿਹੜੇ ਵੀ ਆ ਤੁਹਾਡੇ ਕੋਲ ਪ੍ਰੂਫ ਹੈਗੇ ਆ ਉਹ ਪੇਸ਼ ਕਰੋ। ਉਹ ਸਾਰਾ ਕੁਝ ਉਹਨਾਂ ਨੇ ਸਬਮਿਟ ਕਰ ਲਿਆ। ਫਿਰ ਡਾਕਟਰ ਸਾਹਿਬ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਪੱਖ ਰੱਖੋ, ਰਿਟਨ ਆਪਣੇ ਵੀ ਉਹ ਦਿਓ ਤੁਸੀਂ ਜੀ। ਦੈਨ ਉਹ ਸਾਰਾ ਕੰਪਾਈਲ ਕਰਕੇ ਅਸੀਂ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਭੇਜ ਦਿੱਤਾ। ਹਾਂਜੀ ਸਰ, ਪਰਿਵਾਰ ਵੱਲੋਂ ਕਿਹਾ ਗਿਆ ਕਿ ਡਾਕਟਰ ਜੋਗਿੰਦਰ ਸਿੰਘ ਜਿਹੜੇ ਨੇ ਸਰਕਾਰੀ ਡਾਕਟਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਪ੍ਰਾਈਵੇਟ ਕਲੀਨਿਕ ਦੇ ਵਿੱਚ ਜਿਹੜਾ ਬੱਚੇ ਦਾ ਟ੍ਰੀਟਮੈਂਟ ਕੀਤਾ, ਜਿਹੜਾ ਪਲਾਸਟਰ ਹੈਗਾ ਬੱਚੇ ਦਾ ਉਹ ਪ੍ਰਾਈਵੇਟ ਕਲੀਨਿਕ ਦੇ ਵਿੱਚ ਲਗਾਇਆ ਗਿਆ। ਦੇਖੋ, ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਠੀਕ ਹੈ ਜੀ, ਕਿਉਂਕਿ ਜੋ ਮੈਨੂੰ ਪਤਾ ਲੱਗਾ, ਜੋ ਉਹਨਾਂ ਨੇ ਬਿਆਨ ਦਿੱਤੇ ਆ, ਉਹ ਕਹਿੰਦੇ ਮੈਂ ਆਪਣੇ ਘਰ ਸੀਗਾ ਤੇ
ਕੋਈ ਸ਼ਾਮ ਨੂੰ ਮੇਰੇ ਘਰ ਜਾਂ ਮੇਰੇ ਕੋਈ ਹਸਪਤਾਲ ਲਾਗੇ ਹੈਗਾ ਉਹਨਾਂ ਦੇ ਘਰ ਦੇ ਲਾਗੇ, ਸਿਵਲ ਹਸਪੀਟਲ ਨਹੀਂ ਉੱਥੇ ਜੋ ਵੀ ਕਿਸੇ ਹੋਰ ਡਾਕਟਰ ਦਾ ਹਸਪਤਾਲ ਹੈ ਉੱਥੇ ਲੈ ਕੇ ਆਇਆ ਸੀ, ਉਹਦੇ ਨਾ ਹੋਣ ਕਰਕੇ ਅਕੋਰਡਿੰਗ ਟੂ ਬਿਆਨਸ ਜੀ, ਤੇ ਮੈਨੂੰ ਉੱਥੇ ਬੁਲਾਇਆ ਸੀ ਤੇ ਫਿਰ ਮੈਂ ਪਲਾਸਟਰ ਲਾਇਆ ਸੀਗਾ। ਅੱਛਾ, ਡਾਕਟਰ ਸਾਹਿਬ ਨੇ ਜਾਣੀ ਖੁਦ ਕਿਹਾ ਕਿ ਹਾਂ ਕਿਸੇ ਹੋਰ ਡਾਕਟਰ ਦੇ ਕਲੀਨਿਕ ਦੇ ਵਿੱਚ ਜਾ ਕੇ? ਹਾਂਜੀ, ਕੋਈ ਡਾਕਟਰ ਹੈ ਨਹੀਂ ਸੀਗੇ ਉਦੋਂ, ਐਬਸੈਂਟ ਸੀਗੇ ਜਾਂ ਕਿਤੇ ਗਏ ਹੋਏ ਸੀਗੇ, ਬੱਚੇ ਦੇ ਸੱਟ ਜ਼ਿਆਦਾ ਲੱਗੀ ਸੀ। ਉਹਨਾਂ ਨੇ ਫਿਰ ਮੈਨੂੰ ਕਾਲ ਕਰ ਲਿਆ ਸੀ ਕਿ ਡਾਕਟਰ ਸਾਹਿਬ ਪਲੀਜ਼ ਆ ਕੇ ਦੇਖ ਲਓ, ਤੇ ਕਹਿੰਦੇ ਇਨਸਾਨੀਅਤ ਦੇ ਨਾਤੇ ਕਹਿੰਦੇ ਵੀ ਮੈਂ ਜੋ ਵੀ ਸੀਗਾ ਪਲਾਸਟਰ ਲਾ ਦਿੱਤਾ ਸੀਗਾ। ਸਰ, ਕਾਨੂੰਨ ਜਾਣਨਾ ਚਾਹਾਂਗੇ, ਕਾਨੂੰਨ ਕੀ ਕਹਿੰਦਾ? ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਕੀ ਕਹਿੰਦੀਆਂ ਨੇ ਕਿ ਸਰਕਾਰੀ ਡਾਕਟਰ ਹੁੰਦੇ ਹੋਏ ਆਪਣਾ ਪ੍ਰਾਈਵੇਟ ਕਲੀਨਿਕ ਜਿਹੜਾ ਆਪਾਂ ਰਨ ਕਰ ਸਕਦੇ ਜਾਂ ਨਹੀਂ? ਸਰਕਾਰ ਦੀਆਂ ਤਾਂ ਜੀ ਕਲੀਅਰ ਕੱਟ ਹਦਾਇਤਾਂ, ਜਿਹੜਾ ਸਰਕਾਰੀ ਡਾਕਟਰ ਹੈ ਉਹ ਕੋਈ ਪ੍ਰੈਕਟਿਸ ਨਹੀਂ ਕਰ ਸਕਦਾ, ਉਹਨੂੰ NPA ਮਿਲਦਾ, ਉਹ ਆਪਣਾ ਕੋਈ ਵੀ ਕਿਤੇ ਧੰਦਾ ਜਾਂ ਆਪਣਾ ਨਹੀਂ ਕਰ ਸਕਦਾ ਜੀ। ਸਰ, ਪਰਿਵਾਰ ਵੱਲੋਂ ਇੱਕ ਐਲੀਗੇਸ਼ਨਸ ਹੋਰ ਲਗਾਏ ਗਏ ਨੇ, ਜਿਹੜੀ ਤੁਸੀਂ ਕਮੇਟੀ ਦੀ ਗੱਲ ਕੀਤੀ, ਕਹਿੰਦੇ ਕਿ ਡਾਕਟਰ ਸਾਹਿਬ ਦਾ ਹੀ ਪੱਖ ਪੂਰਿਆ ਜਾ ਰਿਹਾ ਕਿਉਂਕਿ ਬੱਚੇ ਦੇ ਜਿਹੜੇ ਮਦਰ ਨੇ ਉਹ ਵੀ ਹੈਂਡੀਕੈਪ ਹੈਗੇ ਨੇ, ਉਹ ਵੀ ਸਰੀਰਕ ਤੌਰ ਤੇ ਠੀਕ ਨਹੀਂ ਹੈਗੇ, ਉਹਨਾਂ ਦੇ ਹਸਬੈਂਡ ਕਿਸੇ ਫੋਰਨ ਕੰਟਰੀ ਦੇ ਵਿੱਚ ਨੇ। ਕਹਿੰਦੇ ਕਿ ਜਾਣਬੁੱਝ ਕੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕੰਪਰੋਮਾਈਜ਼ ਕਰਨ ਨੂੰ, ਮੇਰੀ ਆਵਾਜ਼ ਨਹੀਂ ਸੁਣੀ ਜਾ ਰਹੀ, ਬਲਕਿ ਡਾਕਟਰ ਸਾਹਿਬ ਦਾ ਹੀ ਜਿਹੜੇ ਪੱਖ ਉਹਨਾਂ ਦੇ ਵੱਲ ਦਾ ਹੀ ਸਾਰੀ ਕਮੇਟੀ ਵੱਲੋਂ ਜਾਂ ਮਾਨਯੋਗ SMO ਸਾਹਿਬ ਦੇ ਵੱਲੋਂ ਸਾਰਿਆਂ ਵੱਲੋਂ ਲਿਆ ਜਾ ਰਿਹਾ। ਇੱਦਾਂ ਦਾ ਤਾਂ ਕੁਛ ਨਹੀਂ ਹੋਇਆ। ਉਹਨਾਂ ਨੂੰ ਜੋ ਵੀ ਹੈ ਉਹਨਾਂ ਦੀ ਸਟੇਟਮੈਂਟ ਹੈ, ਉਹਨਾਂ ਨੂੰ ਕੋਈ ਜੋ ਵੀ ਸਟੇਟਮੈਂਟ ਤੁਸੀਂ ਦਿੰਦੇ ਆ, ਜਿੱਥੇ ਵੀ ਤੁਸੀਂ ਗਏ ਆ, ਉਹ ਵਿਦ ਪ੍ਰੂਫ ਤੁਸੀਂ ਕੰਪਾਈਲ ਕਰਕੇ ਦੇ ਦਿਓ। ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ। ਇੱਦਾਂ ਹੀ ਡਾਕਟਰ ਸਾਹਿਬ ਨੂੰ ਕਿਹਾ ਜੋ ਤੁਹਾਡੇ ਹੈਗਾ ਆਪਣੇ ਜੋ ਸਟੇਟਮੈਂਟ ਆ, ਕੀ ਤੁਸੀਂ ਕੁਛ ਕੀਤਾ, ਕਿਹੜਾ ਇਲਾਜ ਕੀਤਾ, ਉਹ ਨਾਲ ਉਹਦੇ ਜੋ ਕਾਪੀਆਂ ਲਾ ਕੇ ਦਿਓ। ਜਿਹੜੀ OPD ਨੰਬਰ ਦੇ ਨਾਲ ਉਹ ਆਏ ਆ, ਉਹ ਵਾਲੀ ਪਰਚੀ ਨਾਲ ਲਾਓ, ਸਾਰਾ ਕੁਝ ਵਿਦ ਪ੍ਰੂਫ ਲਿਆ ਉਹਨਾਂ ਤੋਂ। ਕੋਈ ਇੱਦਾਂ ਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਜੀ। ਸਰ, ਲਾਸਟ ਸਵਾਲ ਆ ਕਿ ਕੀ ਕਾਰਵਾਈ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਆਪ ਜੀ ਵੱਲੋਂ? ਇਹਦੀ ਜਿਹੜੀ ਕਾਰਵਾਈ ਹੈ ਸਿਵਲ ਸਰਜਨ ਆਫਿਸ ਤੋਂ ਹੋਣੀ ਹੈ, ਠੀਕ ਹੈ ਜੀ। ਉਹਨਾਂ ਨੇ ਸਾਨੂੰ ਇਨਕੁਆਇਰੀ ਵਾਸਤੇ ਭੇਜਿਆ ਸੀ, ਦੈਨ ਅਸੀਂ ਇਨਕੁਆਇਰੀ ਕਰਕੇ ਉਹਨਾਂ ਨੂੰ ਸਬਮਿਟ ਕਰਤਾ। ਹੁਣ ਦੇਖਦੇ ਹਾਂ ਕੀ ਕਰਦੇ ਇਨਕੁਆਇਰੀ। ਥੈਂਕ ਯੂ ਸਰ। ਸੋ ਮਾਨਯੋਗ SMO ਸਾਹਿਬ ਦੇ ਵੱਲੋਂ ਪੱਖ ਤੁਸੀਂ ਨੇ ਸੁਣਿਆ ਕਿ ਇਹਨਾਂ ਦੇ ਵੱਲੋਂ ਜੋ ਕਾਰਵਾਈ ਸੀ ਉਹ ਪੂਰੀ ਕਰ ਦਿੱਤੀ ਗਈ ਆ। ਡਾਕਟਰ ਸਾਹਿਬ ਦਾ ਵੀ ਜਿਹੜਾ ਪੱਖ ਜਿਹੜਾ ਜਾਣਿਆ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਵੀ ਪੱਖ ਜਾਣਿਆ ਗਿਆ। ਹੁਣ ਇਹ ਕੇਸ ਜਿਹੜਾ ਅੰਡਰ ਪ੍ਰੋਸੈਸ ਆ, ਪਰ ਹੁਣ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਇਹ ਤਾਂ ਡਾਕਟਰ ਜੋਗਿੰਦਰ ਸਿੰਘ ਦਾ ਪੱਖ ਜਾਣ ਕੇ ਹੀ ਜਾਂ ਉਹਨਾਂ ਦੀ ਆਵਾਜ਼ ਸੁਣ ਕੇ ਹੀ ਜਿਹੜਾ ਪਤਾ ਲੱਗੂਗਾ ਕਿ ਆਖਰ ਇਸ ਸਾਰੇ ਉਲਝੇ ਹੋਏ ਤਾਣੇ ਬਾਣੇ ਦੇ ਸਾਰੇ ਮਾਮਲੇ ਦਾ ਅਸਲ ਮੁੱਖ ਦੋਸ਼ੀ ਕੌਣ। ਸੋ SMO ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਸ ਡਾਕਟਰ ਦੇ ਉੱਪਰ ਪਰਿਵਾਰ ਵੱਲੋਂ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ, ਜਿਸ ਡਾਕਟਰ ਦੇ ਉੱਪਰ ਬੱਚੇ ਦੀ ਜ਼ਿੰਦਗੀ ਨੂੰ ਖਤਮ ਕਰਨ ਦੇ ਵੱਡੇ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ, ਉਹ ਡਾਕਟਰ ਸਾਹਿਬ ਡਾਕਟਰ ਜੋਗਿੰਦਰ ਸਿੰਘ ਸਾਡੇ ਨਾਲ ਨੇ। ਜਾਣਦੇ ਹਾਂ ਕਿ ਆਖਰ ਉਹਨਾਂ ਦੇ ਉੱਪਰ ਇੰਨੇ ਵੱਡੇ ਇਲਜ਼ਾਮ ਜਿਹੜੇ ਨੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ, ਪਰ ਇੱਕ ਡਾਕਟਰ ਹੋਣ ਦੇ ਨਾਤੇ ਇੱਕ ਪੇਸ਼ੈਂਟ ਨੂੰ ਕੀ ਉਹ ਕਹਿੰਦੇ ਨੇ, ਆਖਰ ਇਸ ਗੱਲ ਦੇ ਵਿੱਚ ਗਲਤੀ ਹੈ ਕਿਸ ਦੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਪੇਸ਼ੈਂਟ ਆਉਂਦਾ ਤੁਹਾਡੇ ਕੋਲ, ਤਕਰੀਬਨ 15-16 ਸਾਲ ਦੀ ਏਜ ਉਸ ਨੌਜਵਾਨ ਦੀ ਹੈਗੀ, ਬਾਂਹ ਟੁੱਟਣ ਤੋਂ ਬਾਅਦ ਉਸ ਦੀ ਬਾਂਹ ਜ਼ਿਆਦਾ ਖਰਾਬ ਹੋਣ ਦੇ ਨਾਲ ਕੱਟਣੀ ਪੈ ਜਾਂਦੀ। ਉਸ ਤੋਂ ਬਾਅਦ ਤੁਹਾਡੇ ਉੱਪਰ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਲਗਾਏ ਨੇ ਕਿ ਡਾਕਟਰ ਜੋਗਿੰਦਰ ਸਿੰਘ ਦੀ ਅਣਗਹਿਲੀ ਦੇ ਨਾਲ ਜਿਹੜਾ ਬੱਚੇ ਦੀ ਲਾਈਫ ਜਿਹੜੀ ਹੈ ਖਤਮ ਹੋ ਗਈ। ਹਾਂਜੀ, ਇਸ ਤਰ੍ਹਾਂ ਹੋਇਆ ਸੀ। ਇਹ ਗੱਲ ਹੈਗੀ ਆ ਕੋਈ 25 ਤਰੀਕ ਮਾਰਚ ਦੀ। ਜੀ। ਮੈਂ ਘਰ ਸੀਗਾ ਉਸ ਵੇਲੇ, ਬੱਚਾ ਮੇਰੇ ਕੋਲ ਆਇਆ ਸੀਗਾ, ਐਕਸਰੇ ਉਹਨਾਂ ਦੇ ਕੋਲ ਸੀਗੇ, ਤੇ ਉਹ ਬੱਚਾ ਉਹ ਵੇਲੇ ਫੁੱਟਬਾਲ ਖੇਡਦੇ ਹੋਏ ਸੱਟ ਲੱਗੀ ਸੀਗੀ, ਤੇ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਪਲਸਤਰ ਮੰਗਾ ਕੇ ਸਪਲਿੰਟ ਲਗਾਤੀ ਸੀਗੀ, ਤੇ ਉਹਨਾਂ ਨੂੰ ਇਹ ਤਕੀਦ ਕੀਤੀ ਸੀ ਵੀ ਤੁਸੀਂ ਸਵੇਰੇ ਮੇਰੇ ਕੋਲੋਂ ਗੜਸ਼ੰਕਰ ਸਿਵਲ ਹਸਪਤਾਲ ਆ ਜਾਇਓ। ਇਹ 4:30-5 ਵਜੇ ਦੀ ਗੱਲ ਹੈ ਸ਼ਾਮ ਦੀ, ਜਦੋਂ ਹਸਪਤਾਲ ਬੰਦ ਹੋ ਗਿਆ। ਉਸ ਤੋਂ ਬਾਅਦ ਉਹ ਬੱਚੇ ਦੇ ਰਿਸ਼ਤੇਦਾਰ ਨਾ ਬੱਚੇ ਨੂੰ ਨਾਲ ਲੈ ਕੇ ਆਏ, ਨਾ ਉਹਦੇ ਘਰ ਦੇ ਆਏ, ਤੇ ਇਹ ਗੱਲ ਹੈਗੀ ਕੋਈ ਸ਼ੁੱਕਰਵਾਰ ਦੀ, ਸ਼ਾਇਦ 25 ਤਰੀਕ ਦੀ। ਸ਼ੁੱਕਰਵਾਰ ਵੀ ਨਹੀਂ, ਸ਼ੁੱਕਰਵਾਰ ਲਾਇਆ, ਸ਼ਨੀਵਾਰ ਨਹੀਂ ਆਏ, ਐਤਵਾਰ ਨਹੀਂ ਆਏ, ਫਿਰ 28 ਤਰੀਕ ਤੱਕ 12-1 ਵਜੇ ਤੱਕ ਨਹੀਂ ਉਹ ਆਏ। ਮੈਂ 28 ਤਰੀਕ ਨੂੰ ਇੱਥੇ ਆਪਰੇਸ਼ਨ ਕਰ ਰਿਹਾ ਸੀਗਾ ਆਪਰੇਸ਼ਨ ਥੀਏਟਰ ਦੇ ਵਿੱਚ, ਤੇ ਮੈਨੂੰ ਉਹਦੇ ਬ੍ਰਦਰ ਨੇ ਇੱਕ ਬਾਹਰੋਂ ਐਕਸਰੇ ਕਰਾ ਕੇ ਦਿਖਾਇਆ ਕਿ ਡਾਕਟਰ ਸਾਹਿਬ ਆਹ ਜਿਹੜਾ ਉਸ ਦਿਨ ਬੱਚੇ ਦੇ ਪਲੱਸ। ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਕਰਵਾ ਲਓ ਅਤੇ ਤੁਸੀਂ ਦਾਖਲ ਹੋ ਜਾਓ ਇੱਥੇ ਸਿਵਲ ਹਸਪਤਾਲ ਵਿੱਚ। ਉਹ ਦਾਖਲ ਨਹੀਂ ਹੋਏ। ਮੈਂ ਇੱਥੇ ਬਾਹਰ ਹੀ ਮਿਲਿਆ ਸੀ ਆਪਰੇਸ਼ਨ ਥੀਏਟਰ ਦੇ ਬਾਹਰ ਹੀ। ਉਹ ਇਸ ਤਰ੍ਹਾਂ ਹੁੰਦਾ ਹੈ, ਕਈ ਵਾਰੀ ਫ੍ਰੈਕਚਰ ਹੋਣ ਤੋਂ ਬਾਅਦ ਸੋਜਿਸ਼ ਪੈ ਜਾਂਦੀ ਹੈ। ਕਈ ਵਾਰੀ ਇੱਦਾਂ ਹੁੰਦਾ ਵੀ ਜਦੋਂ ਫ੍ਰੈਕਚਰ ਹੁੰਦਾ, ਜਿਹੜੇ ਖੂਨ ਦੀਆਂ ਨਾੜੀਆਂ ਲੈ ਕੇ ਜਾਂਦੀਆਂ ਬਲੱਡ ਸਪਲਾਈ ਨੂੰ, ਉਹਨਾਂ ਦੇ ਉੱਤੇ ਸੱਟ ਲੱਗ ਜਾਂਦੀ ਹੈ,
ਉਹਦੇ ਵਿੱਚ ਇਹ ਆ ਵੀ ਉਹ ਬੱਚਾ ਜੇ ਤਾਂ ਉਹ ਪੇਸ਼ੈਂਟ ਆਉਣ ਦੁਬਾਰਾ ਉਹ ਦੇਖਣਾ ਪੈਂਦਾ ਵੀ ਸੋਜਿਸ਼ ਤਾਂ ਨਹੀਂ ਪੈ ਰਹੀ, ਅੰਦਰ ਸਵੈਲਿੰਗ ਤਾਂ ਨਹੀਂ ਹੋ ਗਈ, ਉਹਦੀਆਂ ਯਾਨੀ ਕਿ ਜਿਹੜਾ ਹੱਥ ਦਾ ਖੂਨ ਦਾ ਸਰਕੂਲੇਸ਼ਨ ਆ ਉਹ ਚੱਲਦਾ ਸੀਗਾ, ਚੱਲਦਾ ਰਹਿੰਦਾ ਹੈ। ਉਹ ਆਪਾਂ ਉਹਨੂੰ ਹਰ ਯਾਨੀ ਕਿ 12 ਤੋਂ 24 ਘੰਟੇ ਬਾਅਦ ਪਹਿਲੇ 3 ਦਿਨ ਉਹਨੂੰ ਬੱਚੇ ਨੂੰ ਬੁਲਾਈਦਾ ਆ ਵੀ ਸਾਨੂੰ ਰੋਜ਼ ਦਿਖਾ ਕੇ ਜਾਣਾ, ਕਿਉਂਕਿ ਸਾਡੇ ਤਾਂ ਇੱਥੇ ਐਮਰਜੈਂਸੀ ਚੱਲਦੀ ਹੈ 24 ਆਵਰ ਇੱਥੇ ਡਾਕਟਰ ਹੁੰਦਾ ਆ। ਉਹ ਕੁਛ ਉਹਨਾਂ ਦੇ ਘਰਦਿਆਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਵੀ ਬੱਚੇ ਨੂੰ ਦਿਖਾਉਣ ਨਹੀਂ ਆਏ ਦੁਬਾਰਾ। ਉਹ ਕਈ ਵਾਰੀ ਜਿਸ ਦਾ ਫ੍ਰੈਕਚਰ ਹੋਣ ਤੋਂ ਬਾਅਦ ਸਵੈਲਿੰਗ ਹੋਣ ਕਰਕੇ ਅੰਦਰ ਹੀ ਅੰਦਰ ਸਵੈਲਿੰਗ ਹੋ ਜਾਂਦੀ ਆ। ਅਤੇ ਬਾਅਦ ਵਿੱਚ ਜੋ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਮਾਲਸ਼ਾਂ ਵੀ ਕਰਾਉਂਦੇ ਰਹੇ, ਹੱਥ ਦੀਆਂ ਸੇਕ ਵੀ ਦਿੰਦੇ ਰਹੇ, ਉਹਦੇ ਨਾਲ ਥੋੜ੍ਹਾ ਸੋਜਿਸ਼ ਅੰਦਰ ਹੋਰ ਵੱਧ ਗਈ। ਪਰ ਜੇ ਇਹ ਬੱਚਾ ਟਾਈਮ ਦੇ ਨਾਲ ਆ ਜਾਂਦਾ ਮੇਰੇ ਕੋਲੋਂ, ਜਾਂ ਜਿੱਦਾਂ 25 ਨੂੰ ਲੱਗਿਆ 26 ਨੂੰ ਆ ਜਾਂਦਾ, 27 ਨੂੰ ਆ ਜਾਂਦਾ, ਜਾਂ 28 ਤਰੀਕ ਜੇ ਉਹਨਾਂ ਨੂੰ ਤਕਲੀਫ ਸੀਗੀ, ਉਹ ਵੀ ਲੋਕਲ ਰਹਿੰਦੇ, ਇੱਥੋਂ 3 ਕਿਲੋਮੀਟਰ ਦੂਰ ਉਹਨਾਂ ਦਾ ਘਰ, ਹਸਪਤਾਲ ਦੇ ਤੋਂ ਪੂਰੀ 3 ਕਿਲੋਮੀਟਰ ਦੀ ਦੂਰੀ 'ਤੇ ਆ ਉਹਨਾਂ ਦਾ ਘਰ, ਉਹ ਕਦੋਂ ਵੀ ਆ ਸਕਦੇ ਸੀ। ਈਵਨ ਕਿ ਮੇਰਾ ਨੰਬਰ ਵੀ ਉਹਨਾਂ ਕੋਲ ਸੀਗਾ, ਮੈਨੂੰ ਫ਼ੋਨ ਕਰ ਦਿੰਦੇ। ਉਹਨਾਂ ਨੇ ਮੈਨੂੰ 25 ਤਰੀਕ ਤੋਂ ਲੈ ਕੇ ਬਾਅਦ ਵਿੱਚ ਫਿਰ ਮੈਨੂੰ 30 ਤਰੀਕ ਨੂੰ ਪਤਾ ਲੱਗਾ, 29 ਜਾਂ 30 ਤਰੀਕ ਨੂੰ ਪਤਾ ਲੱਗਾ ਵੀ ਉਹ ਫਿਰ ਡਾਕਟਰ ਬਲਵੀਰ ਕੋਲ ਲੈ ਗਏ। ਉਹਨਾਂ ਡਾਕਟਰ ਸਾਹਿਬ ਨੇ ਉੱਥੇ ਉਹਦਾ ਪਲਸਤਰ ਕੱਟਿਆ ਇਮੀਡੀਏਟਲੀ। ਪਲਸਤਰ ਕੱਟਣ ਤੋਂ ਬਾਅਦ ਉਹਨਾਂ ਨੇ ਉਹਦੀ CT ਐਂਜੀਓਗ੍ਰਾਫੀ ਕਰਾਈ, ਉਹਦੇ ਵਿੱਚ ਉਹਦੀ ਖੂਨ ਦੀ ਨਾੜੀ ਚੱਲਦੀ ਪਈ ਸੀ ਇੱਕ, ਡਾਕਟਰ ਸਾਹਿਬ ਨੇ। ਫਿਰ ਉਹ ਜਿਸ ਵੇਲੇ ਉਹਨਾਂ ਨੇ ਕੱਟ ਕੇ ਫਿਰ ਜੋ ਉਹਨਾਂ ਨੇ ਪ੍ਰਾਇਮਰੀ ਟਰੀਟਮੈਂਟ ਸੀ ਡਾਕਟਰ ਸਾਹਿਬ ਨੇ ਕੀਤਾ, ਐਲੀਵੇਟ ਕੀਤਾ ਹੱਥ ਨੂੰ, ਆਪਣੇ ਕੋਲ ਉਹਨਾਂ ਨੇ 1 ਦਿਨ 24 ਘੰਟੇ ਰੱਖਿਆ। ਜਦੋਂ ਫਿਰ ਸੋਜਿਸ਼ ਨਹੀਂ ਘਟੀ ਉਸ ਤੋਂ ਬਾਅਦ ਵੀ ਫਿਰ ਉਹਨਾਂ ਨੇ DMC ਲੈ ਕੇ ਗਏ। DMC ਵਾਲਿਆਂ ਨੇ ਉਹਦਾ ਮੇਰੇ ਖਿਆਲ 29 ਜਾਂ 30 ਤਰੀਕ ਨੂੰ 30 ਨੂੰ ਸ਼ਾਇਦ ਉਹਨਾਂ ਦਾ ਆਪਰੇਸ਼ਨ ਕਰਤਾ। ਇਹ ਮਾਰਚ ਦੀ ਗੱਲ ਆ, ਮਾਰਚ ਮਹੀਨੇ ਦੀ ਗੱਲ ਆ। ਉਸ ਤੋਂ ਬਾਅਦ ਉਹਦੀਆਂ ਉੱਥੇ 2-3 ਵਾਰੀ ਸਰਜਰੀਆਂ ਹੋਈਆਂ ਜੀ DMC ਦੇ ਵਿੱਚ। ਉਹ DMC ਅਨਫੋਰਚੂਨੇਟਲੀ ਮੈਂ ਵੀ ਫਿਰ ਮੈਨੂੰ ਜਦੋਂ ਪਤਾ ਲੱਗਾ 30 ਤਰੀਕ ਨੂੰ ਮੈਂ ਵੀ ਇੱਥੇ ਆਪਣੇ MC ਸਾਹਿਬ ਨੇ ਮੈਨੂੰ ਦੱਸਿਆ, ਬੰਗੜ ਸਾਹਿਬ ਨੇ, ਅਤੇ ਹੋਰ ਮੈਂ 1-2 ਬੰਦਿਆਂ ਨਾਲ ਲੈ ਕੇ ਬੱਚੇ ਨੂੰ ਉੱਥੇ ਮਿਲਣ ਵੀ 2 ਵਾਰੀ ਗਿਆ। ਉੱਥੇ ਪ੍ਰੋਫੈਸਰਾਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ, ਪਲਾਸਟਿਕ ਸਰਜਰੀ ਵਾਲਿਆਂ ਨੇ ਵੀ ਉਹਨਾਂ ਨਾਲ ਗੱਲ ਕੀਤੀ। ਅਨਫੋਰਚੂਨੇਟਲੀ ਉਹ ਬੱਚੇ ਦਾ ਨਾ ਬਾਂਹ ਉਹ ਨਹੀਂ ਬਚ ਪਾਈ। ਪਰ ਉਹਦੇ ਵਿੱਚ ਹੁਣ ਇਹ ਕਸੂਰ ਕਈ ਵਾਰੀ ਪੇਸ਼ੈਂਟ ਨੂੰ ਇੱਕ ਡਾਕਟਰ ਨੇ ਤਾਂ ਚਲੋ ਇੱਕ ਜਿਹੜੇ ਮੁੱਢਲੀ ਸਹਾਇਤਾ ਦੇ ਦਿੱਤੀ, ਉਸ ਸਹਾਇਤਾ ਦੇਣ ਤੋਂ ਬਾਅਦ ਪੇਸ਼ੈਂਟ ਨੂੰ ਵੀ ਦਾ ਵੀ ਫਰਜ਼ ਬਣਦਾ, ਜਾਂ ਉਹਦੇ ਰਿਸ਼ਤੇਦਾਰਾਂ ਦਾ ਵੀ ਤੁਸੀਂ ਘੱਟੋ ਘੱਟ ਜੇ ਤੁਹਾਨੂੰ ਕਿਹਾ ਸੀ ਉਦੋਂ ਮੈਂ ਇੱਕ ਐਕਸਰੇ ਵੀ ਐਡਵਾਈਜ਼ ਕੀਤਾ ਸੀ ਵੀ ਤੁਸੀਂ ਦੁਬਾਰਾ ਐਕਸਰੇ ਵੀ ਕਰਾਉਣਾ। ਨਾ ਤਾਂ ਉਹਨਾਂ ਨੇ ਮੇਰੇ ਕੋਲ ਦੁਬਾਰਾ ਐਕਸਰੇ ਕਰਾਉਣ ਆਏ, ਨਾ ਮੈਨੂੰ ਉਹ ਦਿਖਾਉਣ ਆਏ। ਉਸ ਕਰਕੇ ਇਹ ਜਿਹੜਾ ਛੋਟੀ ਜਿਹੀ ਗੱਲ ਸੀਗੀ ਨਾ, ਉਹ ਅੰਦਰ ਸੋਜਿਸ਼ ਵਧਣ ਕਰਕੇ, ਜਾਂ ਉਹਨਾਂ ਨੇ ਜਿਹੜੀ ਗਰਮ ਪਾਣੀ ਦਾ ਸੇਕ ਦੇਣ ਕਰਕੇ ਥੋੜ੍ਹਾ ਉਹਨਾਂ ਨੇ ਅਣਗਹਿਲੀ ਕਰ ਲਈ। ਜੇ ਟਾਈਮ ਦੇ ਨਾਲ ਆ ਜਾਂਦੇ, ਚਾਹੇ ਦੂਸਰੇ ਦਿਨ ਆ ਜਾਂਦੇ, ਤੀਸਰੇ ਦਿਨ ਆ ਜਾਂਦੇ, ਜਾਂ ਸੋਮਵਾਰ ਸਵੇਰੇ ਟਾਈਮ ਦੇ ਨਾਲ 8-9 ਵਜੇ ਹਸਪਤਾਲ ਖੁੱਲ੍ਹ ਜਾਂਦਾ, ਤਕਰੀਬਨ ਸਾਰੇ ਆ ਜਾਂਦੇ, ਉਹ ਕੁਝ ਹੋ ਸਕਦਾ ਸੀ। ਉਹ ਜਿਹੜਾ ਗੋਲਡਨ ਪੀਰੀਅਡ ਸੀਗਾ ਨਾ ਜੀ, ਉਹਦੇ ਵਿੱਚ ਇਹ ਲਾਸ ਹੋ ਗਿਆ। ਸਰ ਇਹ ਜਾਣਨਾ ਚਾਹਾਂਗੇ ਕਿ ਜਿਹੜੇ ਬੱਚੇ ਦੀ ਬਾਜ਼ੂ ਨੂੰ, ਜਿਹੜਾ ਬਾਂਹ ਨੂੰ ਪਲਸਤਰ ਕੀਤਾ ਗਿਆ, ਉਹ ਕਿਸ ਜਗ੍ਹਾ ਕੀਤਾ ਗਿਆ, ਕਿਸ ਹਸਪੀਟਲ ਦੇ ਵਿੱਚ? ਇਹ ਆਪਣੇ ਘਰ ਕੀਤਾ ਸੀਗਾ ਜੀ। ਸਰ ਮੇਰੇ ਕੋਲ ਡਾਕਟਰ ਆਸ਼ੂਤੋਸ਼ ਚੱਡਾ ਜੀ ਥੱਲੇ ਪ੍ਰੈਕਟਿਸ ਕਰਦੇ, ਉੱਪਰ ਮੇਰੀ ਰਿਹਾਇਸ਼ ਆ। ਕੋਈ ਇਹ 4:30 ਵਜੇ ਦੀ ਗੱਲ ਹੈ। ਬੱਚਾ ਇਹ ਆਇਆ ਸੀ ਮੇਰੇ ਕੋਲ, ਰੋ ਰਿਹਾ ਸੀਗਾ। ਮੈਂ ਇਮੀਡੀਏਟਲੀ ਜਿੰਨਾ ਕੁ ਮੇਰੇ ਕੋਲ ਹੋ ਸਕਿਆ ਵੀ ਤਾਂ ਇਹਦੀ ਸਪੋਰਟ ਦੇ ਦੇਵਾਂ ਇਹਨੂੰ, ਫਿਰ ਇਹਦੀ ਪੇਨ ਪੂਨ ਘਟ ਜਾਵੇ। ਜਦੋਂ ਮੈਂ ਇਹਦੇ ਪਲਸਤਰ ਲਾਤੀ, ਸਪੋਰਟ ਦੇ ਦਿੱਤੀ, ਤਾਂ ਪਲਸਤਰ ਲਾਉਣ ਤੋਂ ਬਾਅਦ ਇਹਦੇ ਪੇਨ ਘਟ ਕੇ ਦਵਾਈ ਲਿਖ ਕੇ ਮੈਂ ਇਹਨਾਂ ਨੂੰ ਐਡਵਾਈਜ਼ ਕੀਤਾ ਜੀ ਤੁਸੀਂ ਸਵੇਰੇ ਆਓ। ਨਾ ਮੈਂ ਉਹਨਾਂ ਕੋਲ ਉੱਥੇ ਕੋਈ ਚਾਰਜਸ ਲਿਆ, ਸਿਰਫ ਵੀ ਜੇ ਮੇਰੇ ਕੋਲ ਐਮਰਜੈਂਸੀ 'ਚ ਕੋਈ ਮਰੀਜ਼ ਆ ਗਿਆ ਤਾਂ ਉਹਦਾ ਮੈਂ ਇਲਾਜ ਕਰਾਂ। ਜੇ ਮੈਨੂੰ ਸਪੋਜ਼ ਕਰੋ ਇਹ ਬੁਲਾ ਲੈ, ਨਾ ਮੇਰੇ ਕੋਲ ਘਰ ਆਉਂਦੇ, ਸਿਵਲ 'ਚ ਆ ਜਾਂਦੇ, ਤਾਂ ਇਹੀ ਕੰਮ ਮੈਂ ਸਿਵਲ ਜਾ ਕੇ ਵੀ ਕਰ ਸਰ, ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਗੁਰੂ ਨਾਨਕ ਹਸਪੀਟਲ ਕੋਈ ਜਿਹੜਾ ਚੰਡੀਗੜ੍ਹ ਰੋਡ ਤੇ ਹੈਗਾ, ਉੱਥੇ ਡਾਕਟਰ ਸਾਹਿਬ ਵੱਲੋਂ ਜਿਹੜਾ ਟ੍ਰੀਟਮੈਂਟ ਦਿੱਤੀ ਗਈ ਬੱਚੇ ਨੂੰ। ਹਾਲਾਂਕਿ ਮੇਰਾ ਸਵਾਲ ਪਲੀਜ਼, ਹਾਲਾਂਕਿ ਜੋ ਸਰਕਾਰੀ ਗਾਈਡਲਾਈਨਸ ਕਹਿੰਦੀਆਂ ਨੇ ਕਿ ਸਰਕਾਰੀ ਡਾਕਟਰ ਹੁੰਦੇ ਹੋਏ ਤੁਸੀਂ ਪ੍ਰੈਕਟਿਸ ਜਿਹੜੀ ਆ ਨਹੀਂ ਕਰ ਸਕਦੇ। ਨਹੀਂ, ਮੈਂ ਪ੍ਰੈਕਟਿਸ ਨਹੀਂ ਕੀਤੀ। ਜੇ ਤਾਂ ਮੈਂ ਪ੍ਰੈਕਟਿਸ ਕੀਤੀ ਹੋਵੇ, ਜਾਂ ਤਾਂ ਮੈਂ ਉਹਨਾਂ ਕੋਲ ਮੈਂ ਪੈਸੇ ਲਏ ਹੋਣ, ਮੈਂ ਤਾਂ ਐਜ ਏ ਹਿਊਮਿਨਿਟੀ ਬੇਸ 'ਤੇ ਵੀ ਬੱਚੇ ਨੂੰ ਪੇਨ ਹੋ ਰਹੀ ਆ, ਪਲਸਤਰ ਪੱਟੀਆਂ ਮੰਗਾ ਕੇ ਉਹਦੇ ਕਰ ਦਿੱਤਾ ਉਸ ਵੇਲੇ, ਜੋ ਇਮੀਡੀਏਟਲੀ ਉਹਨੂੰ ਲੋੜ ਸੀਗੀ। ਗੁਰੂ ਨਾਨਕ ਹਸਪੀਟਲ ਕਿਸ ਦਾ ਸਰ? ਉਹ ਡਾਕਟਰ ਆਸ਼ੂਤੋਸ਼ ਚੱਡਾ ਚਲਾ ਰਹੇ ਨੇ, ਉਹ ਥੱਲੇ
ਬਿਲਡਿੰਗ ਉਹਨਾਂ ਨੂੰ ਦਿੱਤੀ ਹੋਈ ਹੈ। ਮੇਰੀ ਰਿਹਾਇਸ਼ ਉੱਪਰ ਹੈ ਜੀ। ਉਹ ਤੁਹਾਡੇ ਨਾਮ ਤੇ ਨਹੀਂ ਆ ਗੁਰੂ ਨਾਨਕ hospital? ਉਹ ਇਹ ਜਗ੍ਹਾ ਮੇਰੇ ਨਾਂ ਤੇ ਹੀ ਆ, ਹਾਂਜੀ। ਪਰ ਮੈਂ ਉਹਨਾਂ ਨੂੰ ਸਾਡਾ ਉਹ ਪਹਿਲਾਂ ਤੋਂ ਚੱਲਦਾ ਸੀ, ਮੇਰੀ ਵਾਈਫ ਚਲਾ ਰਹੀ ਸੀਗੀ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਦੇ ਦਿੱਤਾ ਵੀ, ਕਿਉਂਕਿ ਥੱਲੇ ਬਿਲਡਿੰਗ ਬੰਦ ਹੋਣ ਦੇ ਨਾਲ ਵੀ ਖਰਾਬ ਹੋ ਜਾਂਦੀ ਆ, ਬਿਨਾਂ ਕੋਈ ਕਿਰਾਏ ਕਰੂਏ ਲਏ। ਤਾਂ ਉਹ ਡਾਕਟਰ ਸਾਹਿਬ ਆਪਣਾ ਸਟਾਫ ਰੱਖਿਆ, ਉਹ ਆਪ ਉਹ ਚਲਾ ਰਹੇ ਜੀ। ਕਹਿੰਦੇ ਕਿ ਪਰਿਵਾਰ ਕਹਿੰਦਾ ਕਿ ਜਦੋਂ ਡਾਕਟਰ ਸਾਹਿਬ ਵੱਲੋਂ ਜਿਹੜਾ ਪਲਸਤਰ ਲਗਾਇਆ ਗਿਆ, ਉਹ ਪਹਿਲੀ ਗੱਲ ਤਾਂ ਕਿ ਬਿਨਾਂ ਕੋਈ ਐਕਸਰਾ ਕੀਤੇ, ਮੇਰਾ ਸਵਾਲ ਪਲੀਜ਼, ਕਿ ਬਿਨਾਂ ਕੋਈ ਐਕਸਰਾ ਕੀਤੇ ਜਿਹੜਾ ਡਾਕਟਰ ਸਾਹਿਬ ਵੱਲੋਂ ਲਗਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਦੋਂ ਐਕਸਰੇ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਹਾਡੇ ਕੁਝ ਜਿਹੜੇ ਨੇ ਪੈਸੇ ਬਚ ਜਾਣਗੇ, ਮੈਂ ਤਾਂ ਕਰਕੇ ਐਕਸਰਾ ਨਹੀਂ ਕੀਤਾ, ਸਿੱਧਾ ਪਲਸਤਰ ਜਿਹੜਾ ਲਗਾਤਾ। ਪਰਿਵਾਰ ਦੇ ਇਲਜ਼ਾਮ ਇਸ ਤਰ੍ਹਾਂ ਨਹੀਂ, ਦੇਖੋ ਉੱਥੇ ਡਾਕਟਰ ਆਸ਼ੂਤੋਸ਼ ਚੱਡਾ ਕੋਈ CM ਵੀ ਆ, CM ਦੇ ਵਿੱਚ ਤਾਂ ਉਸੇ ਵੇਲੇ ਦੇਖ ਕੇ ਪਲਸਤਰ ਲੱਗ ਜਾਂਦਾ ਆ। ਉਹਦਾ ਮੈਂ ਉੱਥੇ ਦੇਖ ਕੇ ਕੋਸ਼ਿਸ਼ ਕੀਤੀ ਵੀ ਬੱਚਾ ਆ, ਵੀ ਬੱਚਿਆਂ ਦੇ ਵਿੱਚ ਆਪਾਂ ਆਪਰੇਸ਼ਨ ਨਾ ਹੀ ਕਰਨਾ ਪਵੇ, ਕੋਈ ਪਲਸਤਰ ਨਾ ਹੀ ਸਰ ਜਾਵੇ। ਮੈਂ ਤਾਂ ਆਪਣੇ ਵੱਲੋਂ ਉਹਨਾਂ ਦਾ ਚੰਗਾ ਕੀਤਾ। ਅਨਫੋਰਚੂਨੇਟਲੀ ਉਹ ਨਾ ਆਉਣ ਕਰਕੇ, ਟਾਈਮ ਦੇ ਨਾਲ ਨਾ ਆਉਣ ਕਰਕੇ ਇਹ ਇਸ ਤਰ੍ਹਾਂ ਦਾ ਇਨਸੀਡੈਂਸ ਹੋ ਗਿਆ। ਅਦਰਵਾਈਜ਼ ਇਹ ਨਹੀਂ ਹੈਗਾ ਵੀ ਉੱਥੇ ਹੁਣ ਵੀ ਤੁਸੀਂ ਬੇਸ਼ੱਕ ਚੱਲ ਜਾਓ, ਉੱਥੇ CM ਪਈ ਹੋਈ ਹੈ ਜੀ। ਪਰਿਵਾਰ ਕਹਿੰਦਾ ਕਿ ਡਾਕਟਰ ਸਾਹਿਬ ਨੇ ਸਾਨੂੰ 2 ਦਿਨ ਦੇ ਬਾਅਦ ਜਿਹੜਾ ਆਉਣ ਦੇ ਲਈ ਕਿਹਾ ਸੀ, ਅਸੀਂ 2 ਦਿਨ ਦੇ ਬਾਅਦ ਜਿਹੜਾ ਚਲੇ ਗਏ ਸੀ ਡਾਕਟਰ ਸਾਹਿਬ ਦੇ ਕੋਲ, ਤੇ ਇੰਨੀ ਟਾਈਟ ਜਿਹੜਾ ਪਲਾਸਟਰ ਕਰ ਦਿੱਤਾ ਤੇ ਉਹ ਬਾਂਹ ਦਾ ਜਿਹੜਾ ਜ਼ਿਆਦਾ ਨੁਕਸਾਨ ਹੋ ਗਿਆ। ਇਹ ਨਹੀਂ, ਟਾਈਟ ਦੀ ਨਹੀਂ ਗੱਲ ਹੁੰਦੀ ਜੀ। ਕਿ ਜਦੋਂ ਵੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ, ਜਦੋਂ ਫ੍ਰੈਕਚਰ ਹੁੰਦਾ ਆ, ਇਕੱਲਾ ਫ੍ਰੈਕਚਰ ਹੀ ਨਹੀਂ ਹੁੰਦਾ, ਉਹਦੇ ਵਿੱਚ ਅੰਦਰਲੀਆਂ ਜਿਹੜੀਆਂ ਨਸਾਂ ਆ, ਮਸਲ ਆ, ਸਾਰੀ ਇਕੱਲੀ ਹੱਡੀ ਥੋੜ੍ਹੀ ਟੁੱਟਦੀ ਆ, ਉਦੋਂ ਬਾਕੀ ਵੀ ਚੀਜ਼ਾਂ 'ਤੇ ਸੱਟ ਲੱਗਦੀ ਆ। ਤੇ ਜਿਹੜੇ CT NGO ਵੀ ਕਰਾਈ, ਉਹਦੇ ਵਿੱਚ ਵੀ ਆਇਆ ਵੀ ਉਹਦੀ ਜਿਹੜੀ ਰੇਡੀਅਲ ਆਰਟਰੀ ਆ, ਉਹਦੇ 'ਤੇ ਫ੍ਰੈਕਚਰ ਦੇ ਨਾਲ ਸੱਟ ਲੱਗੀ ਹੋਈ ਸੀ ਉਹਦੇ। ਤੇ ਉਹ 1 ਮਿੰਟ ਮੇਰੀ ਗੱਲ ਜੀ। ਉਹ ਉਸ ਤੋਂ ਬਾਅਦ ਇਹ ਰਹੀ ਗੱਲ, ਇਹ ਨਹੀਂ ਗੱਲ। ਦੂਸਰਾ, ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਸਵੇਰੇ ਆਓ, ਸਵੇਰੇ ਨਹੀਂ ਆਏ। ਫਿਰ ਦੇਖੋ ਇੱਕ ਗੱਲ, ਉਹ ਕਹਿੰਦੇ ਆ, ਉਹਨਾਂ ਨੇ ਸਾਡੇ ਕੰਪਲੇਂਟ ਕੀਤੀ ਆ ਸਾਨੂੰ ਵੀ ਬੱਚੇ ਦੇ ਜਦੋਂ ਘਰ ਜਾਣਗੇ ਨਾਲ ਹੀ ਪਲਸਤਰ, ਬੱਚਾ ਬਹੁਤ ਉਹਦਾ ਟਾਈਟ ਹੋ ਗਿਆ ਪਲਸਤਰ, ਇਮੀਡੀਏਟਲੀ ਘਰ ਜਾਂਦਿਆਂ ਦਾ ਹੀ, ਅਤੇ ਉਹਦੇ ਸੋਜਿਸ਼ ਬਹੁਤ ਪੈ ਗਈ ਬੱਚੇ ਦੇ। ਉਹਨਾਂ ਦਾ ਇਹ ਆ, ਉਹਨਾਂ ਨੇ ਸਾਨੂੰ ਸ਼ਿਕਾਇਤ ਵੀ ਇਹ ਕੀਤੀ ਹੈ ਵੀ ਇੱਥੇ ਮੇਰੇ ਖਿਲਾਫ। ਮੈਂ ਉਸ ਪਰਿਵਾਰ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਜੇ ਤੁਹਾਡੇ ਸੋਜਿਸ਼ ਪੈ ਗਈ, ਸਪੋਜ਼ ਕਰੋ ਮੰਨਦੇ ਆ ਵੀ ਪਲਸਤਰ ਤੋਂ ਬਾਅਦ ਸੋਜਿਸ਼ ਪੈ ਗਈ, ਤੁਸੀਂ ਲੋਕਲ ਰਹਿੰਦੇ ਹੋ, ਤੁਸੀਂ ਕਿਉਂ ਨਹੀਂ 24 ਘੰਟੇ 3 ਕਿਲੋਮੀਟਰ ਉਹਨਾਂ ਦਾ ਘਰ ਹੈ ਇੱਥੋਂ, ਸਿਰਫ 3 ਕਿਲੋਮੀਟਰ, ਕਿਸੇ ਵੇਲੇ ਵੀ ਆ ਕੇ ਦੱਸ ਸਕਦੇ ਸੀ, ਐਮਰਜੈਂਸੀ ਜਾ ਕੇ ਦੱਸ ਸਕਦੇ ਸੀ, ਸਵੇਰੇ ਆ ਕੇ ਦੱਸ ਸਕਦੇ ਸੀਗੇ। ਉਹ ਇਸ ਪਾਰਟ ਤੋਂ ਉਹਨਾਂ ਦਾ ਇਹਨਾਂ ਦੀ ਕਹਿ ਲਓ ਵੀ ਉਹਨਾਂ ਨੇ ਨਹੀਂ ਟਾਈਮ ਦੇ ਨਾਲ ਧਿਆਨ ਦਿੱਤਾ। ਉਹਦਾ ਹੈਗਾ ਆ, ਉਹਦੇ ਨਾਲ ਹੌਲੀ ਹੌਲੀ ਜਿੱਦਾਂ ਸੋਜਾ ਵੱਧਦਾ ਗਿਆ ਅੰਦਰ ਹੀ ਅੰਦਰ, ਉਹਦੇ ਨਾਲ ਫਿਰ ਇਹ ਨੁਕਸਾਨ ਤਾਂ ਫਿਰ ਨੈਚੁਰਲੀ ਹੋਣਾ ਹੀ ਸੀਗਾ ਜੀ। ਅੱਛਾ, ਉਸ ਤੋਂ ਬਾਅਦ ਤੁਹਾਡੇ ਵੱਲੋਂ ਕੋਈ ਪਰਿਵਾਰ ਦੇ ਨਾਲ ਕੰਪਰੋਮਾਈਜ਼ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ? ਕੁਝ ਇੱਦਾਂ ਦੇ ਹੋਏ ਕਿ ਪੈਸੇ ਲੈ ਦੇ ਕੇ ਜਿਹੜਾ ਤਰ੍ਹਾਂ ਗੱਲ ਹੋਈ ਸੀਗੀ, ਮੈਂ ਉਹਨਾਂ ਨਾਲ ਵੈਸੇ ਰੂਟੀਨ ਦੇ ਉੱਤੇ ਮੈਂ ਤੁਹਾਨੂੰ ਦੱਸਿਆ, ਮੈਂ DMC ਵੀ ਮਗਰ ਜਾ ਕੇ ਆਇਆ, 2 ਵਾਰੀ ਜਾ ਕੇ ਆਇਆ ਉਹਨਾਂ ਦੇ ਕੋਲ। ਫਿਰ ਮੇਰੀ ਆਪਣੇ MC ਸਾਹਿਬ ਨਾਲ ਬੈਠ ਕੇ ਘਰ ਵੀ ਗੱਲ ਹੁੰਦੀ ਰਹੀ ਵੀ ਹਾਂਜੀ ਕੋਈ ਬੱਚੇ ਦੀ ਹੁਣ ਚਲੋ ਜ਼ਿੰਦਗੀ ਹੈ। ਮੈਂ ਵੀ ਕਿਹਾ ਵੀ ਚਲੋ ਗਲਤੀ ਤੁਹਾਡੀ ਜਾਂ ਕਿਸੇ ਦੀ ਵੀ ਆ, ਅਨਫੋਰਚੂਨੇਟਲੀ ਜੇ ਹੋ ਗਈ ਗੱਲ ਇਹ, ਵੀ ਆਪਾਂ ਇਹਨੂੰ ਬੈਠ ਕੇ ਕਿਸੇ ਤਰੀਕੇ ਨਾਲ ਸੋਲਵ ਕਰੀਏਗਾ। ਕਿਸ ਤਰ੍ਹਾਂ ਵੀ ਜੋ ਤੁਸੀਂ ਆਪੋ 'ਚ ਬੈਠਦੇ ਆ, ਉਹ ਮੇਰੇ 'ਤੇ ਸਾਰਾ ਇਲਜ਼ਾਮ ਮੇਰੇ 'ਤੇ ਲਾਉਂਦੇ। ਉਹਨਾਂ ਨੇ ਮੇਰੀ ਇੱਕ ਵੀਡੀਓ ਬਣਾ ਲਈ ਜੀ, ਜਦੋਂ ਆਪਣੀ ਸਾਡੀ ਗੱਲ ਹੁੰਦੀ ਸੀ ਨਾ, ਮੇਰੀ ਵੀਡੀਓ ਬਣਾ ਲਈ। ਵੀਡੀਓ ਬਣਾ ਕੇ ਕਹਿੰਦੇ ਜੀ ਸਾਡੇ ਕੋਲ ਤਾਂ ਵੀਡੀਓ ਆ, ਅਸੀਂ ਤਾਂ ਇਹਨੂੰ ਵਾਇਰਲ ਕਰਾਂਗੇ, ਅਸੀਂ ਤੁਹਾਡਾ ਨੁਕਸਾਨ ਕਰਾਂਗੇ, ਅਸੀਂ ਤੁਹਾਡੀ ਸ਼ਿਕਾਇਤ ਕਰਾਂਗੇ। ਮੈਂ ਫਿਰ ਵੀ ਨਹੀਂ ਕੁਛ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਕਿਸੇ ਤਰੀਕੇ ਦੇ ਨਾਲ ਵੀ ਜਿੰਨੀ ਕੋਸ਼ਿਸ਼ ਜਿੰਨਾ ਕੁ ਹੋ ਸਕੇ ਬੱਚੇ ਦਾ ਮੈਂ ਥੋੜ੍ਹੀ ਬਹੁਤੀ ਹੈਲਪ ਕਰਾਂ, ਜਿੰਨਾ ਪੈਸੇ ਦੀ ਨਹੀਂ ਵੀ ਜਿੱਦਾਂ ਪੜ੍ਹਾਈ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਵੀ। ਅਤੇ ਇਸ ਗੱਲ ਦੀ ਹੋਈ ਆ। ਪਰ ਫਿਰ ਉਹਨਾਂ ਨੇ ਮੈਨੂੰ ਯਾਨੀ ਕਿ ਬਹੁਤ ਪ੍ਰੈਸ਼ਰਾਈਜ਼ ਕਰਨ ਲੱਗ ਪਏ ਜੀ, ਇਹ ਸਾਰਾ ਕਸੂਰ ਹੀ ਤੁਹਾਡਾ ਆ, ਜਦ ਕਿ ਕਸੂਰ ਮੇਰਾ ਨਹੀਂ ਗਾ। ਮੇਰਾ ਚਲੋ ਮੈਂ ਲਾਤਾ ਪਲਸਤਰ, ਉਸ ਵੇਲੇ ਮੇਰੇ ਕੋਲ ਆਇਆ, ਮੈਂ ਉਹਨੂੰ ਇਮੀਡੀਏਟਲੀ ਜੋ ਟ੍ਰੀਟਮੈਂਟ ਦੇਣਾ ਸੀ ਮੈਂ ਦੇ ਦਿੱਤਾ। ਪਰ ਉਸ ਤੋਂ ਬਾਅਦ ਉਹਨਾਂ ਨੂੰ ਦਿਖਾਉਣ ਦਾ ਫਰਜ਼ ਉਹ ਬਣਦਾ ਸੀਗਾ ਉਹਨਾਂ ਦਾ, ਜਿਹੜਾ ਕਿ ਉਹਨਾਂ ਨੇ ਮੈਨੂੰ ਦਿਖਾਉਣ ਨਹੀਂ ਆਏ। ਫਿਰ ਜਦੋਂ ਮੈਂ ਸੋਮਵਾਰ ਨੂੰ ਵੀ ਮੇਰੇ ਖਿਆਲ ਤਕਰੀਬਨ 1-1:30 ਵਜੇ ਤੱਕ ਅਸੀਂ ਆਪਰੇਸ਼ਨ ਕਰਦੇ ਸੀ, 1 ਵਜੇ ਦਾ ਕਰੀਬ ਦੀ ਗੱਲ ਹੋ ਗਈ, ਮੈਨੂੰ ਤਾਂ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਉਦੋਂ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਾਖਲ ਹੋਵੋ ਇੱਥੇ। ਉਹਦਾ ਬ੍ਰਦਰ ਆਇਆ ਸੀਗਾ ਬੱਚੇ ਦਾ, ਮੈਨੂੰ ਇੱਥੇ ਆਪਰੇਸ਼ਨ ਥੀਏਟਰ ਦੇ ਬਾਹਰ ਮਿਲਿਆ। ਉਸ ਵੇਲੇ ਵੀ ਉਹਨਾਂ ਨੇ ਮੇਰੀ ਇਹ ਗੱਲ ਨਹੀਂ ਮੰਨੀ ਵੀ ਤੁਸੀਂ ਦਾਖਲ ਹੋ ਜਾਓ, ਜਾਂ ਅਸੀਂ ਉਸੇ ਵੇਲੇ ਕੁਛ ਨਾ ਕੁਛ ਉਹਦਾ ਕਰਦੇ, ਉਹਦੀ ਫਿਰ ਸ਼ਾਰਟ ਵੀ ਕਰ ਦਿੰਦੇ, ਉਹਦਾ ਪਲਸਤਰ ਕੱਟ ਦਿੰਦੇ,
ਉਹਨੂੰ ਆਪਾਂ ਫਿਕਸੇਟਰ ਲਾ ਦਿੰਦੇ। ਬੜਾ ਉਹ ਜਿਹੜਾ ਜਦੋਂ ਇਸ ਤਰ੍ਹਾਂ ਦਾ ਇੰਪੈਂਡਿੰਗ ਕੰਪਾਰਟਮੈਂਟ ਸਿੰਡਰੋਮ ਹੁੰਦਾ, ਮਤਲਬ ਕਿ ਟਾਈਟ ਹੋ ਜਾਣਾ ਉਸ ਪਾਰਟ ਨੇ, ਉਹਦੇ ਲਈ ਇਹ ਆ ਵੀ ਇਮੀਡੀਏਟਲੀ ਆਪਾਂ ਨੂੰ ਫਿਰ ਕੁਛ ਨਾ ਕੁਛ ਸਟੈਪ ਲੈਣਾ ਪੈਂਦਾ। ਸਰ ਪਰਿਵਾਰ ਵੱਲੋਂ ਇੱਕ ਕਿਹਾ ਗਿਆ ਕਿ ਜੋ ਇਲਾਕੇ ਦੇ ਮੋਤਬਰ ਆਗੂ ਨੇ, MC ਸਾਹਿਬ ਨੇ, ਉਹਨਾਂ ਦੇ ਕਿਤੇ ਰਿਹਾਇਸ਼ ਤੇ ਬੈਠ ਕੇ ਆਪ ਜੀ ਦੀ ਗੱਲ ਹੋਈ ਕਿ MC ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ 3 ਲੱਖ ਰੁਪਈਆ ਤਾਂ ਡਾਕਟਰ ਸਾਹਿਬ ਕਹਿ ਰਹੇ ਨੇ, ਤੇ ਚਲੋ ਮੈਂ ਡਾਕਟਰ ਸਾਹਿਬ ਨੂੰ ਕਹਾ ਕੇ ਜਾਂ ਆਪਣੇ ਵੱਲੋਂ 5 ਲੱਖ ਰੁਪਈਆ ਦੇ ਦੇਣਾ, ਤੁਸੀਂ ਕੇਸ ਜਿਹੜਾ ਵਿਡਰਾਲ ਕਰ ਲਓ। ਕੇਸ ਦੀ ਤਾਂ ਉਸ ਵੇਲੇ ਕੋਈ ਗੱਲ ਹੀ ਨਹੀਂ ਹੋਈ ਸੀਗੀ, ਕੇਸ ਦੀ ਕੋਈ ਗੱਲ ਨਹੀਂ ਹੋਈ ਸੀਗੀ, ਨਾ ਉਹਨਾਂ ਵੱਲੋਂ ਨਾ ਮੇਰੇ ਵੱਲੋਂ। ਨਾ ਮੈਨੂੰ ਪਤਾ ਸੀਗਾ ਵੀ ਇਹ ਵੀਡੀਓ ਬਣਾ ਰਹੇ ਆ, ਜੋ ਆਪੋ ਵਿੱਚ ਸਾਡੀ, ਜਿੱਦਾਂ ਹੁਣ ਤੁਸੀਂ ਆ ਮੇਰੇ, ਆਪਾਂ ਤਾਂ ਚਲੋ ਕੈਮਰੇ ਮੂਹਰੇ ਬੈਠੇ ਆ, ਹੁਣ ਤਾਂ ਤੁਸੀਂ ਮੇਰੇ ਕੋਲ ਰੂਟੀਨ ਨੂੰ ਵੈਸੇ ਆਓ ਕੋਈ ਗੱਲ ਕਰਨ, ਅਤੇ ਮੈਨੂੰ ਥੋੜ੍ਹਾ ਪਤਾ ਹੁਣ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਜਾਂ ਕੀ ਗੱਲ ਕਰ ਰਹੇ ਹੋ। ਕੋਈ ਬੰਦਾ 100 ਗੱਲ ਕਈ ਵਾਰੀ ਹੁੰਦੀ ਹੈ, ਬੰਦਾ ਜਿਹੜੀ ਆਪਾਂ ਕੈਮਰੇ ਸਾਹਮਣੇ ਨਹੀਂ ਕਹਿੰਦੇ, ਸਪੋਜ਼ ਕਰੋ ਉੱਦਾਂ ਉਹ ਚੋਰੀ ਉਹਨਾਂ ਨੇ ਵੀਡੀਓ ਬਣਾਈ, ਮੇਰੇ 'ਤੇ ਪ੍ਰੈਸ਼ਰਾਈਜ਼ ਮੈਨੂੰ ਜ਼ਰੂਰ ਉਹਨਾਂ ਨੇ ਕੀਤਾ। ਤੁਸੀਂ ਮਤਲਬ 3 ਲੱਖ ਰੁਪਈਆ ਦੇਣ ਦੀ ਗੱਲ ਕਿਸੇ ਕੋਲ ਵੀ MC ਸਾਹਿਬ ਕੋਲ ਜਾਂ ਪਰਿਵਾਰ ਕੋਲ ਕਹੀ ਗਈ? ਇਹ ਨਹੀਂ ਗੱਲ ਹੋਈ। ਉੱਦਾਂ ਇੱਦਾਂ ਸੀਗਾ ਵੀ ਆਪਾਂ ਚਲੋ ਹੁਣ ਬੱਚੇ ਦਾ ਜਿਸ ਤਰ੍ਹਾਂ ਜ਼ਿੰਦਗੀ ਦਾ ਨੁਕਸਾਨ ਹੋ ਗਿਆ ਡਾਕਟਰ ਸਾਹਿਬ, ਵੀ ਤੁਸੀਂ ਵੀ ਕੁਛ ਇਹਦੇ ਬੱਚੇ ਦੀ ਗਾਂਹ ਮਦਦ ਕਰੋ, ਇਹਦੀ ਪੜ੍ਹਾਈ ਲਿਖਾਈ ਦੇ ਲਈ ਕਿਸੇ ਤਰੀਕੇ ਨਾਲ। ਮੈਂ ਉਹ ਗੱਲ ਉਹਨਾਂ ਨਾਲ ਜ਼ਰੂਰ ਕੀਤੀ ਆ ਵੀ ਹਾਂ ਵੀ ਚਲੋ ਆਪ ਐਜ ਇਨਸਾਨੀਅਤ ਦੇ ਤੌਰ ਦੇ ਨਾਤੇ ਵੀ ਆਪਾਂ ਇਹਦਾ ਕੁਛ ਨਾ ਕੁਛ ਬੱਚੇ ਦਾ ਹੈਲਪ ਕਰੀਏ, ਜਾਂ ਸਰਕਾਰ ਵੱਲੋਂ ਬਾਂਹ ਦੀ ਕੋਈ ਹੈਲਪ ਕਰੀਏ ਜਾਂ ਕਿਸੇ ਤਰੀਕੇ ਨਾਲ। ਇਹ ਗੱਲ ਹੋਈ ਆ। ਅਦਰਵਾਈਜ਼ ਬਾਕੀ ਫਿਰ ਬਾਅਦ 'ਚ ਉਹਨਾਂ ਨੇ ਜਦੋਂ ਮੈਂ ਉਹਨਾਂ ਨਾਲ ਘਰ ਮਿਲ ਕੇ ਆ ਗਿਆ, ਆਪਣੇ ਗਿਆਨ ਚੰਦ ਪਵਾਰ ਆ ਕਰਿਆਨਾ ਸਟੋਰ ਵਾਲੇ, ਉਹ ਸੀਗੇ, 1-2 ਬੰਦੇ ਹੋਰ ਸੀਗੇ, ਉਹ ਆਪਾਂ ਜਦੋਂ ਮਿਲ ਮੁਲ ਕੇ ਉਹਨਾਂ ਨਾਲ ਆ ਗਏ ਆ। ਬਾਅਦ ਵਿੱਚ ਫਿਰ ਉਹ ਇਸ ਦੂਜੇ ਪਾਸੇ ਨੂੰ ਹੋ ਗਏ ਵੀ ਅਸੀਂ ਵੀ ਅਸੀਂ ਤਾਂ ਤੈਨੂੰ ਵੀ ਸਾਡੇ ਕੋਲ ਆਹ ਵੀਡੀਓ ਹੈਗੀ, ਅਸੀਂ ਤੁਹਾਡਾ ਸ਼ਿਕਾਇਤ ਕਰਾਂਗੇ, ਅਸੀਂ ਤੁਸੀਂ ਸਾਡਾ ਇੰਨਾ ਕਰੋ। ਹੁਣ ਉਹਨਾਂ ਨੇ ਮੈਨੂੰ ਜੋ ਇੱਕ ਆਪਣੇ ਜੁਲਕਾ ਸਾਹਿਬ ਐਡਵੋਕੇਟ ਵੱਲੋਂ ਲੀਗਲ ਨੋਟਿਸ ਵੀ ਭੇਜ ਦਿੱਤਾ। ਚਲੋ ਮੈਂ ਉਹ ਹੁਣ ਆਪਣੇ ਲੀਗਲ ਐਡਵਾਈਸ ਲੈ ਕੇ ਉਹਦਾ ਮੈਂ ਜਵਾਬ ਵੀ ਦਊਂਗਾ। ਮੈਨੂੰ ਕੱਲ੍ਹ ਮਿਲੇ ਉਹ ਵੀ ਡਾਕੂਮੈਂਟ ਉਹਨਾਂ ਨੇ। ਹੁਣ ਯਾਨੀ ਕਿ ਮੇਰਾ ਕੰਜ਼ਿਊਮਰ ਵਿੱਚ ਸ਼ਾਇਦ ਪਹਿਲਾਂ ਤਾਂ ਮੈਨੂੰ ਵਕੀਲ ਵੱਲੋਂ ਨੋਟਿਸ ਭੇਜਿਆ ਆ, ਫਿਰ ਮੈਂ ਉਹਦਾ ਹੁਣ ਦੇਣਾ ਅੱਜ ਜਵਾਬ ਜੀ। ਪਰ ਉਹ ਕਹਿੰਦੇ ਕਿ ਬੱਚੇ ਦੀ ਡਾਕਟਰ ਸਾਹਿਬ ਦੀ ਅਣਗਹਿਲੀ ਦੀ ਵਜ੍ਹਾ ਦੇ ਨਾਲ, ਮੇਰਾ ਸਰ ਪਲੀਜ਼ ਕਿ ਡਾਕਟਰ ਸਾਹਿਬ ਦੀ ਅਣਗਹਿਲੀ ਦੀ ਵਜ੍ਹਾ ਦੇ ਨਾਲ ਸਾਡੇ ਬੱਚੇ ਦੀ ਜਿਹੜੀ ਲਾਈਫ ਖਰਾਬ ਹੋ ਗਈ। ਉਸ ਤੋਂ ਬਾਅਦ ਡਾਕਟਰ ਸਾਹਿਬ ਕੇਸ ਦਬਾਉਣ ਦੇ ਲਈ, ਪ੍ਰੈਸ਼ਰ ਪਵਾਉਣ ਦੇ ਲਈ 3 ਲੱਖ ਰੁਪਈਆ ਜਿਹੜਾ ਸਾਨੂੰ ਆਫਰ ਕਰ ਰਹੇ ਨੇ। ਕਹਿੰਦੇ ਕਿ ਸਾਡੇ ਬੱਚੇ ਦੀ ਜ਼ਿੰਦਗੀ ਖਤਮ ਕਰਨ ਦੀ। ਮੈਂ ਕਦੇ ਬੱਚੇ ਦੀ ਜ਼ਿੰਦਗੀ, ਤੁਸੀਂ ਮੇਰੇ ਕੋਲ ਆਓ, ਤੁਹਾਡੇ ਸੱਟ ਲੱਗ ਜਾਵੇ, ਮੈਂ ਤੁਹਾਨੂੰ ਪਲਾਸਟਰ ਲਗਾ ਦੇਵਾਂ, ਹੈ ਨਾ, ਸਪੋਜ਼ ਕਰੋ, ਮੈਂ ਤੁਹਾਡੀ ਕਿੱਦਾਂ ਜ਼ਿੰਦਗੀ ਖਰਾਬ ਕਰਤੀ? ਪਹਿਲਾਂ ਤੁਸੀਂ ਮੈਨੂੰ ਦੱਸੋ। ਕਹਿੰਦੇ ਕਿ ਅਣਗਹਿਲੀ ਹੋਈ ਡਾਕਟਰ ਸਾਹਿਬ ਵੱਲੋਂ, ਸਹੀ ਪਲਾਸਟਰ ਨਹੀਂ ਲੱਗਿਆ। ਸਹੀ ਪਲਾਸਟਰ ਮੇਰੀ ਸਰਵਿਸ ਹੋ ਗਈ ਆ ਕੋਈ ਤਕਰੀਬਨ 2006 ਤੋਂ ਮੈਂ ਇੱਥੇ 7-8 ਸਾਲ ਤਾਂ ਮੈਨੂੰ ਗੜਸ਼ੰਕਰੀ ਹੋ ਗਏ। ਅੱਜ ਤੱਕ ਤਾਂ ਮੇਰੇ 'ਤੇ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਵੀ ਆਹ ਸਾਡਾ ਗਲਤ ਕੰਮ ਕਰਤਾ ਕਿਸੇ ਨੇ, ਵੀ ਸਾਡੀ ਹੱਡੀ ਦਾ ਚਲੋ ਕਈ ਵਾਰੀ ਆਪਰੇਸ਼ਨ ਕਰੀਦਾ, ਹੱਡੀ ਜੁੜਦੀ, ਕਈ ਵਾਰੀ ਇਨਫੈਕਸ਼ਨ ਹੋ ਜਾਂਦੀ, 100 ਕੰਪਲੀਕੇਸ਼ਨ ਹਰ ਕੰਮ ਦੇ ਵਿੱਚ। ਇਸ ਤਰ੍ਹਾਂ ਪਲਾਸਟਰ ਲਾਉਣ ਤੋਂ ਬਾਅਦ ਵੀ 100 ਕੰਪਲੀਕੇਸ਼ਨ ਆ। ਇਹ ਮਰੀਜ਼ ਦੇ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਜਿੰਨੀ ਡਾਕਟਰ 'ਤੇ ਬਣਦੀ, ਸਗੋਂ ਉਹਨਾਂ ਦੀ ਵੱਧ ਬਣਦੀ ਆ। ਇਹ ਗੱਲ ਨਹੀਂ ਵੀ ਮੈਂ ਤਾਂ ਹੁਣ ਅੱਜ ਵੀ ਆ, ਅੱਜ ਮੈਂ ਆਪਰੇਸ਼ਨ ਵੀ 2 ਕੀਤੇ ਆ, 3-4 ਪਲਾਸਟਰ ਵੀ ਲਾਇਆ, ਤਾਂ ਕੀ ਗੱਲ ਮੈਂ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ ਮਰੀਜ਼ਾਂ ਦੀ ਜਿਨ੍ਹਾਂ ਦਾ ਮੈਂ ਇਲਾਜ ਕੀਤਾ। ਅੱਜ ਤੱਕ ਮੇਰੀ ਜਿੰਨੀ ਵੀ ਲਾਈਫ ਹੋਈ, ਮੇਰਾ ਕੋਈ ਦੁਸ਼ਮਣ ਸੀਗਾ ਉਹ ਮਰੀਜ਼ ਵੀ ਮੈਂ ਉਹਦੀ ਜ਼ਿੰਦਗੀ ਬਰਬਾਦ ਕਰਤੀ, ਜਾਂ ਉਹਨਾਂ ਦੇ ਘਰਦਿਆਂ ਦਾ ਮੈਨੂੰ ਕੋਈ ਦੁਸ਼ਮਣੀ ਸੀਗੀ ਵੀ ਜੇ ਮੈਂ ਜਾਣ ਕੇ ਇਸ ਤਰ੍ਹਾਂ ਕੀਤਾ? ਇਹ ਤਾਂ ਜੀ ਅਨਫੋਰਚੁਨੇਟਲੀ ਜਾਂ ਤਾਂ ਇਹ ਹੋ ਗਿਆ ਕਿਸੇ ਦਾ, ਇਹਦੇ ਵਿੱਚ ਨਾ ਮੇਰਾ ਕਸੂਰ ਸੀ। ਜੇ ਥੋੜ੍ਹਾ ਜਿਹਾ ਉਹ ਧਿਆਨ ਦਿੰਦੇ ਇਸ ਕੰਮ ਨੂੰ ਵੀ ਆਪਾਂ ਡਾਕਟਰ ਨੂੰ ਮਿਲਣਾ ਵੀ ਆ। ਹੁਣ ਮੈਂ ਆਪਰੇਸ਼ਨ ਕਰਦਾ ਮੈਂ ਜਾਂ ਕੁਛ ਕਰਦਾ, ਤੁਸੀਂ ਮੈਨੂੰ ਮੁੜ ਕੇ ਦਿਖਾਉਣਾ ਹੀ ਨਾ ਆਵੋ, ਕੋਈ ਗੱਲ ਨੂੰ ਕੰਪਲੀਕੇਸ਼ਨ ਹੁੰਦੀ, ਉਹਦਾ ਫਿਰ ਕੀ ਸਾਰਾ ਤੁਸੀਂ ਇਹ ਥੋੜ੍ਹਾ ਕਹੀ ਜਾਓ ਵੀ ਇਹ ਡਾਕਟਰ ਹੀ ਗਲਤ ਹੈ, ਡਾਕਟਰ ਵੀ ਅਸੀਂ ਵੀਡੀਓ ਵਾਇਰਲ ਕਰ ਦਾਂਗੇ। ਇਸ ਤਰ੍ਹਾਂ ਨਹੀਂ ਕੋਈ ਹੁੰਦਾ ਵੀ ਤੁਸੀਂ ਆਪਣੀ ਵੀ ਥੋੜ੍ਹੀ ਜ਼ਿੰਮੇਵਾਰੀ ਬੰਦੇ ਨੂੰ ਦੇਖਣੀ ਚਾਹੀਦੀ ਆ। ਪਰ ਇਹ ਆ ਵੀ ਇਸ ਗੱਲ ਦੇ ਨਾ ਉਹਨਾਂ ਦੇ ਦੇਖਣ ਕਰਕੇ ਬੱਚੇ ਦਾ ਨੁਕਸਾਨ ਹੋ ਗਿਆ। ਇਸ ਗੱਲ ਦਾ ਮੈਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ। ਜੇ ਮੈਨੂੰ ਦੁੱਖ ਨਾ ਹੁੰਦਾ ਮੈਂ ਉਹਨਾਂ ਦੇ ਮਗਰ ਕਿਉਂ ਜਾਂਦਾ? ਜੇ ਸਪੋਜ਼ ਕਰੋ ਮੈਨੂੰ ਦੁੱਖ ਨਾ ਹੁੰਦਾ, ਮੈਂ ਉਹਨਾਂ ਨੂੰ ਮਿਲਦਾ ਕਿਉਂ ਜਾ ਕੇ? ਮੈਂ MC ਦੇ ਕੋਲ ਕਿਉਂ ਜਾਂਦਾ ਜਾਂ ਉਹਨਾਂ ਨਾਲ ਬੈਠ ਕੇ ਕਿਉਂ ਗੱਲ ਕਰਦਾ? ਮੈਂ ਕਿਉਂ DMC ਜਾਂਦਾ ਜੇ ਮੈਨੂੰ ਨਾ ਦੁੱਖ ਹੁੰਦਾ ਤਾਂ? ਬੱਚੇ ਦੇ ਅਕਸਰ ਮੈਨੂੰ ਦੁੱਖ ਸੀ ਤਾਂ ਮੈਂ ਗਿਆ ਮਗਰ। ਇਹੀ ਗੱਲ ਮੈਂ ਮੇਰੀ ਜਦੋਂ ਸ਼ਿਕਾਇਤ ਕੀਤੀ ਉਹਦੇ ਵਿੱਚ ਵੀ ਗੱਲ ਗਈ ਵੀ ਇਹ ਨਿਰਪੱਖ ਹੋ ਕੇ ਦੇਖੋ ਵੀ ਕਿਹਦਾ ਕਸੂਰ ਆ ਕਿਹਦਾ ਨਹੀਂ ਆ, ਵੀ ਉਹਨਾਂ ਨੂੰ ਵੀ ਤੁਸੀਂ ਪੁੱਛੋ ਨਾ। ਚਲੋ ਮੈਂ ਮੰਨਦਾ ਵੀ ਬਹੁਤ ਨੁਕਸਾਨ ਹੋ ਗਿਆ ਬੱਚੇ ਦਾ, ਪਰ ਕੀ ਗੱਲ ਉਹਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਨਹੀਂ ਪਤਾ ਸੀ ਵੀ ਅਸੀਂ ਕੋਈ ਟਾਈਮ ਸਿਰ ਆ ਕੇ ਦਿਖਾ ਦਿਆਂ ਨਹੀਂ, ਜਾਂ ਤਾਂ ਹੋਵੇ ਨਾ ਸਾਡਾ ਪਿੰਡ ਇੱਥੋਂ ਬਹੁਤ ਦੂਰ ਆ ਜੀ, ਕੋਈ ਰਸਤੇ ਤੋਂ ਸਾਨੂੰ ਕੁਛ ਉੱਥੇ ਕਨਵੀਨਸ ਹੈ ਨਹੀਂ ਗੀ ਵੀ ਸਾਡੇ ਕੋਲ ਆਉਣ ਜਾਣਾ ਮੁਸ਼ਕਿਲ ਆ।
ਅੱਜ ਕੱਲ੍ਹ ਹਰ ਘਰ ਵਿੱਚ ਤਕਰੀਬਨ ਸਾਈਕਲ ਮੋਟਰਸਾਈਕਲ ਹੈਗਾ। 3 ਕਿਲੋਮੀਟਰ ਦਾ ਫਰਕ ਹੈ ਇੱਥੋਂ ਗੜ੍ਹਸ਼ੰਕਰ ਦੇ ਵਿੱਚ ਉਹ ਰਹਿ ਰਹੇ ਬੰਦੇ, ਤੇ ਕੀ ਗੱਲ ਗੜ੍ਹਸ਼ੰਕਰ 'ਚ ਆ ਕੇ ਦੁਬਾਰਾ ਦਿਖਾ ਨਹੀਂ ਸਕਦੇ? ਤੁਸੀਂ ਮੈਨੂੰ ਦੱਸੋ ਇਸ ਗੱਲ 'ਤੇ। ਥੈਂਕ ਯੂ ਸਰ, ਥੈਂਕ ਯੂ। ਸੋ ਡਾਕਟਰ ਜੋਗਿੰਦਰ ਸਿੰਘ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਜਿਹੜੇ ਨੇ ਪਰਿਵਾਰ ਦੇ ਵੱਲੋਂ ਲਗਾਏ ਗਏ ਸੀ, ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਉਹਨਾਂ ਵੱਲੋਂ ਜਾਣਬੁੱਝ ਕੇ ਜਾਂ ਜਾਣੇ ਅਣਜਾਣੇ ਦੇ ਵਿੱਚ ਨਹੀਂ ਹੋਇਆ। ਹਾਲਾਂਕਿ ਪਰਿਵਾਰ ਦੀ ਗਲਤੀ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਪਰਿਵਾਰ ਹੀ ਸਹੀ ਤਰੀਕੇ ਦੇ ਨਾਲ ਡਾਕਟਰ ਦੀਆਂ ਗਾਈਡਲਾਈਨਸ ਨੂੰ ਦਿੱਤੀਆਂ ਨੂੰ ਫੋਲੋ ਕਰਦਾ ਤਾਂ ਹੋ ਸਕਦਾ ਕਿ ਬੱਚੇ ਦਾ ਅੱਜ ਹੱਥ ਬਿਲਕੁਲ ਠੀਕ ਹੁੰਦਾ। ਜੋ ਪ੍ਰਾਈਵੇਟ ਕਲੀਨਿਕ ਦੇ ਜਿਹੜਾ ਇਲਾਜ ਕਰਨ ਦੀ ਗੱਲ ਪਰਿਵਾਰ ਵੱਲੋਂ ਕਹੀ ਗਈ ਸੀ, ਉਹ ਇਹਨਾਂ ਦੇ ਦੱਸਣ ਮੁਤਾਬਕ ਉਹ ਕਲੀਨਿਕ ਇਹਨਾਂ ਦਾ ਨਹੀਂ, ਉਹ ਕਿਸੇ ਹੋਰ ਡਾਕਟਰ ਦਾ ਇਹਨਾਂ ਦੀ ਬਿਲਡਿੰਗ ਦੇ ਵਿੱਚ ਕਲੀਨਿਕ ਚਲਾਇਆ ਜਾ ਰਿਹਾ। ਉਹ ਵੀ ਇਲਜ਼ਾਮਾਂ ਨੂੰ ਇਹਨਾਂ ਨੇ ਸਿਰੇ ਤੋਂ ਨਖਾਰਿਆ। ਹੁਣ ਇਸ ਮਾਮਲੇ ਦੇ ਵਿੱਚ ਅਸਲ ਜਿਹੜੀ ਆ ਅਸਲ ਦੋਸ਼ੀ ਕੌਣ ਨੇ ਜਾਂ ਅਸਲੀਅਤ ਕੀ ਆ ਇਸ ਮਾਮਲੇ ਦੀ, ਤਾਂ ਹੈ ਖੈਰ ਜੋ ਪੁਲਿਸ ਦੇ ਕੋਲ ਕੰਪਲੇਂਟ ਪਰਿਵਾਰ ਵੱਲੋਂ ਜਾਂ ਡਾਕਟਰ ਸਾਹਿਬ ਵੱਲੋਂ ਜੋ ਜਵਾਬ ਦਿੱਤਾ ਗਿਆ ਉਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।